ਸਤਨਾਮ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। माटी का क्या तो पै स्वामी, मानस की गत एही। जब लग तेल दीवे मुख बाती, तब सूझै सब कोई। तेल जले बाती ठहरानी, सूना मंदर होई। रे बौरे तू ही करी न राखै कोई, तू राम नाम जप सोई। काकी मात पिता कहो काको, कवन पुरख की जोई। काट फूटै को बात न पूछै, काढो काढो होई। देहरी बैठी माता रोवै, खटिया ले गए पाई। लट छिटकाए त्रिया रोवै, हंस अकेला जाई। कहत कबीर सुनो रे संतो, पैसागर कहताई। इस बंदे सिर जुल्म होत है, जम नहीं हटै गुसाई। बेसुमार था अगनत तोलै, जो बुलावो त्यो नानक दास बोले। सतनाम वाहिगुरु साहिब जी। कबीर सूता क्या करहे, जाग रोए पै दुख। जाका बासा गोर मह, सो क्यों सोवै सुख। कबीर सूता क्या करहे, उठ के ना जपहे मुरार। एक दिन सोवन होए गो, लांबे गोड पसार। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वशल कृपा निध सतगुरु श्री गुरु ग्रंथ साहिब जी दीन दयाल पातशाह, तिन्हां दी अपार रहमत है, दया बख्शिश है, जो सतगुरु साहिब जी ने सानू सब नू अपनी मेहर बख्शिश भरी नज़र करके अपनी पावन पवित्र हजूरी दे विच
ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸਾਨੂੰ ਮਨੁੱਖਾ ਜਨਮ ਨੂੰ ਸਫਲ ਕਰਨ ਦਾ, ਗੁਰੂ ਸ਼ਬਦ ਦੀ ਕਾਰ ਕਮਾਉਣ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹਾਂ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਨਣ ਦਾ ਯਤਨ ਕਰ ਰਹੇ ਸੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਤਿਨਾਂ ਦੀ ਪਾਵਨ ਉਚਾਰਨ ਰਚਨਾ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰਕੇ ਗੁਰੂ ਸ਼ਬਦ ਵਿਚਾਰ ਦੁਆਰਾ ਗੁਰੂ ਰਹਿਮਤ ਦੇ, ਗੁਰੂ ਸ਼ਬਦ ਦੇ ਗਿਆਨ ਦੇ ਪਾਤਰ ਬਣਨ ਦਾ ਸ਼ੁਭ ਯਤਨ ਨਿਰੰਤਰ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੂਤਾ ਕਿਆ ਕਰਹਿ, ਜਾਗ ਰੋਏ ਭੈ ਦੁਖ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਸ਼ਲੋਕ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਕਾ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ ਕਿ ਜੋ ਇਨਸਾਨ ਗੁਰੂ ਸ਼ਬਦ ਨਾਲ ਜੁੜ ਜਾਂਦੇ ਹਨ, ਫਿਰ ਉਹ ਗੁਰੂ ਸ਼ਬਦ ਦੀ ਸਾਧਨਾ ਕਰਦਿਆਂ ਗੁਰੂ ਪ੍ਰਤੋਂ ਬੇਨਤੀ ਦੁਆਰਾ ਉਸ ਅਵਸਥਾ ਦੇ ਅਨੁਭਵ ਦੀ ਮੰਗ ਕਰਦੇ ਹਨ ਜਿੱਥੇ ਜਾ ਕੇ ਸਾਰੇ ਜਨਮ ਮਰਨ ਦੇ ਭਰਮ ਭੇਦ ਖਤਮ ਹੋ ਜਾਂਦੇ ਹਨ ਅਤੇ ਜੀਵ ਆਪਣੇ ਅਸਲ ਵਿੱਚ ਅਭੇਦ ਹੋ ਜਾਂਦਾ ਹੈ। ਇਸੇ ਪ੍ਰਕਾਰ ਬਖਸ਼ਿਸ਼ ਕੀਤੀ ਸੀ ਕਿ ਚੱਕਵੀ ਅਤੇ ਚੱਕਵੇ ਦਾ ਜਿਹੜਾ ਚੱਕਵੀ ਅਤੇ ਸੂਰਜ ਦਾ ਜੋ ਮਿਲਾਪ ਹੈ ਉਹ ਰਾਤ ਕਰਕੇ 12 ਘੰਟੇ ਦਾ ਵਿਛੋੜਾ ਵਾਪਰਦਾ ਹੈ। ਪਰ ਜਿਹੜੇ ਪ੍ਰਭੂ ਜਾਰ ਤੋਂ ਵਿਛੜੇ ਹੋਣ ਕਰਕੇ ਜੀਵਨ ਦੀ ਕਿਸੇ ਵੀ ਮੁਕਾਮ ਨੂੰ, ਕਿਸੇ ਵੀ ਅਵਸਥਾ ਨੂੰ ਪ੍ਰਭੂ ਜਾਤ ਦੇ ਸਹਿਤ ਨਹੀਂ ਹੰਡਾਉਂਦੇ ਹਨ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਦਾ ਜਿਹੜਾ ਜੀਵਨ ਉਪਜਿਆ ਹੈ ਉਹ ਨਿਸ਼ਫਲ ਹੈ। ਇਸੇ ਪ੍ਰਕਾਰ ਇੱਕ ਸੰਖ ਦੀ ਉਦਾਹਰਣ ਦੇ ਕੇ ਸਮਝਾਇਆ ਸੀ ਕਿ ਜਿੰਨਾ ਚਿਰ ਸਮੁੰਦਰ ਵਿੱਚ ਹੈ ਟਿਕਾ ਵਿੱਚ ਰਹੇਗਾ, ਜਦੋਂ ਹੀ ਦੁਨੀਆਦਾਰੀ ਦੀ ਭਟਕਣ ਵਾਂਗ ਮਨੁੱਖ ਪੈ ਜਾਂਦਾ ਹੈ, ਫਿਰ ਜਿਵੇਂ ਸੰਖ ਨੂੰ ਰੋਜ਼ ਉੱਠਦੇ ਸਾਰ ਸੂਰਜ ਉਦੈ ਹੋਣ ਵੇਲੇ ਪੁਕਾਰ ਕਰਨੀ ਪੈਂਦੀ ਹੈ, ਇਵੇਂ ਦੁਨਿਆਵੀ ਰਸਾਂ ਕਸਾਂ ਦਾ, ਮਾਇਆ ਦੀ ਗਫਲਤ ਦਾ ਭਟਕਿਆ ਹੋਇਆ ਬੰਦਾ ਤਾਂ ਤਰ੍ਹਾਂ ਜਿਹੜੀਆਂ ਪੁਕਾਰਾਂ ਕਰਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਸੂਤਾ ਕਿਆ ਕਰਹਿ, ਜਾਗ ਰੋਏ ਭੈ ਦੁਖ। ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਸਾਨੂੰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰ ਰਹੇ ਹਨ ਕਿ ਜੇ ਮਨੁੱਖ ਨੇ ਅਧਿਆਤਮਿਕ ਕਰਮ ਵੱਲ ਰੁਚਿਤ ਹੋਣਾ ਹੈ, ਜੇ ਭਗਤੀ ਕਰਮਾਂ ਦੀ ਰਾਸ ਆਪਣੇ ਪੱਲੇ ਦੇ ਵਿੱਚ ਬੰਨਣੀ ਹੈ, ਜੇ ਉਸਨੇ ਸ਼ੁਭ ਗੁਣਾਂ ਦੇ ਸਹਿਤ ਆਪਣੇ ਜੀਵਨ ਨੂੰ ਸਵਾਰ ਕੇ ਅਤੇ ਆਪਣੇ ਮਨੁੱਖਾ ਜਨਮ ਦੇ ਅਧਿਆਤਮਿਕ ਮਨੋਰਥ ਨੂੰ ਪ੍ਰਾਪਤ ਹੋਣਾ ਹੈ, ਤਾਂ ਉਸ ਜੀਵ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਪਹਿਲਾਂ ਜੀਵਨ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਜਾਣ ਲਵੇ। ਜੀਵਨ ਅਸਲ 'ਚ ਹੈ ਕਿ ਜੀਵਨ ਦੀ ਸਮਰੱਥਾ ਕਿੰਨੀ ਕੁ ਹੈ, ਜੀਵਨ ਦਾ ਪ੍ਰਯੋਜਨ ਕੀ ਹੈ, ਇਹਨਾਂ ਸਾਰੇ ਤਮਾਮ ਪ੍ਰਸ਼ਨਾਂ ਨੂੰ ਗੁਰੂ ਸ਼ਬਦ ਦੀ ਰੌਸ਼ਨੀ ਦੇ ਨਾਲ ਸਮਝ ਵਾਚ ਲਵੇ ਅਤੇ ਫਿਰ ਆਪਣੇ ਜੀਵਨ ਦੇ ਵਿੱਚ ਕਰਮ ਦੇ ਨਾਲ ਉਸ ਸਾਰੇ ਉਪਦੇਸ਼ ਦੇ ਗਿਆਨ ਨੂੰ ਜੋੜ ਲਵੇ, ਤਾਂ ਉਹਦਾ ਜੀਵਨ ਜਿਹੜਾ ਹੈ ਸਾਰਥਕ ਹੋ ਸਕਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਆਮ ਸਾਡੇ ਦਿਨ ਦੇ ਵਿੱਚ ਸਾਰਾ ਦਿਨ ਕਾਰਜ ਕਰਨ ਦੀ ਔਰ ਰਾਤ ਸਮੇਂ ਨੀਂਦਰ ਦੀ ਅਵਸਥਾ ਦੇ ਵਿੱਚ ਆਰਾਮ ਕਰਨ ਦੀ ਹਾਲਤ, ਸਾਰੇ ਅਸੀਂ ਇਸ ਦੇ ਅਨੁਸਾਰ ਹੀ ਚੱਲਦੇ ਹਾਂ। ਭਗਤ ਕਬੀਰ ਸਾਹਿਬ ਜੀ ਇਸ ਦੇ ਪ੍ਰਥਾਏ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਕਿ ਸੌਣਾ ਜਾਗਣਾ ਇਹ ਸਰੀਰ ਦੀਆਂ ਆਮ ਹਾਲਤਾਂ ਹਨ, ਪਰ ਭਗਤ ਕਬੀਰ ਸਾਹਿਬ ਜੀ ਸਾਨੂੰ ਅਧਿਆਤਮਿਕ ਨੁਕਤੇ ਤੋਂ ਸਾਡੇ ਸੌਣ ਜਾਗਣ ਦਾ ਜਿਹੜਾ ਗਿਆਨਮਈ ਉਪਦੇਸ਼ ਹੈ ਉਹ ਬਖਸ਼ਿਸ਼ ਕਰਦਿਆਂ ਸਮਝਾਉਂਦੇ ਹਨ। ਕਬੀਰ ਸੂਤਾ ਕਿਆ ਕਰਹਿ,
ਹੁਣ ਕੋਈ ਮਨੁੱਖ ਨੀਂਦ ਦੀ ਅਵਸਥਾ ਦੇ ਵਿੱਚ ਆਰਾਮ ਕਰ ਰਿਹਾ ਹੈ, ਉਸ ਨੂੰ ਉਠਾ ਕੇ ਪੁੱਛਿਆ ਜਾਵੇ ਸੁੱਤਾ ਕੀ ਕਰ ਰਿਹਾ ਹੈ, ਯਕੀਨਨ ਉਹ ਜਵਾਬ ਦੇਵੇਗਾ ਕਿ ਕਾਰਜ ਕਰਕੇ ਥੱਕਿਆ ਹੋਇਆ ਹਾਂ, ਸਰੀਰ ਦੀ ਥਕਾਵਟ ਨੀਂਦ ਰੂਪ ਦੇ ਵਿੱਚ ਉਤਾਰਨ ਦਾ, ਪੂਰੀ ਕਰਨ ਦਾ ਯਤਨ ਕਰ ਰਿਹਾ ਹਾਂ। ਇਹ ਉਹਦਾ ਉੱਤਰ ਹੋਏਗਾ। ਇਹ ਉਹ ਹਾਲਤ ਹੈ ਜਿਹੜੀ ਸਰੀਰਕ ਤੌਰ 'ਤੇ ਬੰਦੇ ਨੂੰ ਨੀਂਦਰ ਦੀ ਅਵਸਥਾ ਹੁੰਦੀ ਹੈ, ਉਹਦੇ ਵਿੱਚ ਮਨੁੱਖ ਸੌਂਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਨੇ ਇੱਥੇ ਸੁੱਤੇ ਹੋਣ ਦਾ ਜ਼ਿਕਰ ਅੱਖਾਂ ਬੰਦ ਜਾਂ ਨੀਂਦ ਦੀ ਅਵਸਥਾ ਵਾਲਾ ਨਹੀਂ ਕੀਤਾ। ਇੱਥੇ ਉਹ ਨੀਂਦ ਹੈ ਜਿਵੇਂ ਨੀਂਦ ਦੇ ਵਿੱਚ ਜਦੋਂ ਮਨੁੱਖ ਬਹੁਤ ਗੂੜ੍ਹੀ ਹੋ ਜਾਂਦੀ ਹੈ, ਅਚੇਤ ਹੋ ਜਾਂਦਾ ਹੈ ਕਿ ਕਿੱਥੇ ਪਿਆ ਹੋਇਆ ਹਾਂ, ਕਿਸ ਹਾਲਤ ਦੇ ਵਿੱਚ ਹਾਂ, ਆਲੇ ਦੁਆਲੇ ਕੀ ਹੋ ਰਿਹਾ ਹੈ, ਜਾਂ ਮੈਂ ਕਿਵੇਂ ਦਾ ਹਾਂ, ਕਿਵੇਂ ਦੀ ਮੇਰੀ ਸਾਰੀ ਮੁਦਰਾ ਬਣੀ ਹੋਈ, ਇਸ ਗੱਲ ਤੋਂ ਅਚੇਤ ਹੋ ਜਾਂਦਾ ਹੈ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪਣੇ ਜੀਵਨ ਦੇ ਅਸਲ ਮਨੋਰਥ ਤੋਂ ਭਟਕਿਆ ਮਨੁੱਖ ਜਦ ਮਾਇਆ ਦੇ ਪ੍ਰਭਾਵ ਅਧੀਨ ਲਿਵ ਛੁੜਕ ਜਾਂਦੀ ਹੈ, ਤ੍ਰਿਸ਼ਨਾ ਦੇ ਵਾਸਨਾਵਾਂ ਦੇ ਪ੍ਰਭਾਵ ਸਰੀਰ ਦੇ ਉੱਪਰ, ਤਨ ਮਨ ਦੇ ਉੱਪਰ ਪੂਰੀ ਤਰ੍ਹਾਂ ਹਾਵੀ ਹੋ ਜਾਂਦੇ ਹਨ ਅਤੇ ਜੀਵਨ ਦਾ ਮਨੋਰਥ ਵਿਸਰ ਜਾਂਦਾ ਹੈ। ਅਤੇ ਜੀਵਨ ਮਨੋਰਥ ਵਿਸਰਨ ਦੇ ਨਾਲ ਜਿਹੜੀ ਮਾਇਆ ਦੀ ਗਫਲਤ ਦਾ ਸ਼ਿਕਾਰ ਹੋ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਇਸ ਨੀਂਦ ਦੇ ਵਿੱਚ ਮਨੁੱਖ ਤੂੰ ਵਿਚਰ ਰਿਹਾ ਹੈ, ਇਸ ਸਰੀਰਕ ਨੀਂਦ ਦਾ ਤਾਂ ਪ੍ਰਯੋਜਨ ਹੈ ਕਿ 8 ਘੰਟੇ ਸੌਂ ਕੇ ਸਰੀਰ ਤਰੋ ਤਾਜ਼ਾ ਹੋ ਜਾਏਗਾ, ਪਰ ਜਿਹੜੀ ਮਾਇਆ ਦੀ ਗਫਲਤ ਵਾਲੀ ਨੀਂਦ ਹੈ, ਜਿਹਦੇ ਕਰਕੇ ਨਾ ਜੀਵਨ ਦਾ ਕੋਈ ਮਨੋਰਥ ਸਮਝ ਆ ਰਿਹਾ ਹੈ ਅਤੇ ਨਾ ਉਸ ਜੀਵਨ ਦੇ ਪਰਮ ਮਨੋਰਥ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਸਾਧਨਾ ਕਰੇ, ਇਸ ਕਰਕੇ ਜਿਹੜੀ ਮਾਇਆ ਦੀ ਗਫਲਤ ਤੇਰੇ ਮਨ ਮਸਤਕ ਉੱਪਰ ਛਾਈ ਹੋਈ ਹੈ, ਉਸ ਮਾਇਆ ਦੇ ਅਧੀਨ ਸੁੱਤੇ ਹੋਣ ਦਾ ਕੀ ਅਰਥ ਹੈ। ਸਰੀਰ ਦੇ ਤੌਰ 'ਤੇ ਸੁੱਤੇ ਹੋਣ ਦਾ ਅਰਥ ਤਾਂ ਹੈ ਕਿ ਥਕਾਵਟ ਲੈ ਜਾਏਗੀ ਜਾਂ ਆਰਾਮ ਚਾਹੀਦਾ ਦੇਹ ਨੂੰ ਦੁਬਾਰਾ ਕੰਮ ਕਰਨ ਦੇ ਲਈ, ਪਰ ਜਿਹੜੀ ਮਾਇਆ ਦੀ ਗਫਲਤ ਕਰਕੇ ਜੀਵਨ ਦੀ ਅਸਲੀਅਤ ਨੂੰ ਵਿਸਾਰ ਦਿੱਤਾ ਹੈ, ਉਹਦਾ ਕੀ ਅਰਥ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੂਤਾ ਕਿਆ ਕਰਹੇ। ਹੁਣ ਮਨੁੱਖ ਪੁੱਛੇਗਾ ਕਿ ਸਰੀਰਕ ਤੌਰ 'ਤੇ ਸੌਂਦੇ ਹਾਂ, ਉਹਦਾ ਸਭ ਨੂੰ ਪਤਾ ਹੈ। ਜਿਹੜਾ ਅਧਿਆਤਮਿਕ ਤੌਰ 'ਤੇ ਮਾਇਆ ਦੀ ਗਫਲਤ ਵਿੱਚ ਸੁੱਤਾ ਹੈ, ਉਹਦੇ ਕੀ ਨਿਸ਼ਾਨ ਹੋਣਗੇ, ਕੀ ਉਹਦੇ ਲੱਛਣ ਹੋਣਗੇ ਜਿਹਦੇ ਤੋਂ ਪਤਾ ਲੱਗ ਸਕੇ। ਹੁਣ ਇਹਦਾ ਪਹਿਲੇ ਕੁਝ ਲੱਛਣ ਆਪਦੇ ਨਾਲ ਸਾਂਝੇ ਕਰਾਂ। ਸਭ ਤੋਂ ਪਹਿਲਾਂ ਅਸੀਂ ਇਹ ਜਾਣਦੇ ਹਾਂ, ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ ਕਿ ਸਾਡਾ ਜਿਹੜਾ ਮਨੁੱਖਾ ਜੀਵਨ ਹੈ, ਜਾਂ ਬਾਣੀ ਦੇ ਵਿੱਚ ਅਸੀਂ ਬਹੁਤ ਦਫਾ ਪੜ੍ਹਦੇ ਹਾਂ ਕਿ ਜਿਹੜਾ ਮਨੁੱਖਾ ਜਨਮ ਹੈ, ਇਹ ਅਨੰਤ ਜੂਨਾਂ ਦੀ ਭਟਕਣ ਤੋਂ ਬਾਅਦ ਪਰਮੇਸ਼ਵਰੀ ਬਖਸ਼ਿਸ਼ ਦੇ ਨਾਲ ਸਾਨੂੰ ਇਹ ਦੇਹ ਸਰੂਪ ਪ੍ਰਾਪਤ ਹੋਈ ਹੈ, ਮਨੁੱਖਾ ਜਨਮ ਦਾ ਅਵਸਰ ਪ੍ਰਾਪਤ ਹੋਇਆ। ਬਾਣੀ ਦਾ ਵਾਕ ਹੈ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਕਿ ਇਹ ਸਭ ਤੋਂ ਪਹਿਲਾਂ ਦੁਰਲੱਭ ਹੈ। ਹੁਣ ਦੁਰਲੱਭ ਕਿਸ ਕਾਰਨ ਕਰਕੇ ਹੈ? ਦੁਰਲੱਭ ਇਸ ਕਰਕੇ ਹੈ ਕਿ ਜਿਹੜੀ ਸਾਡੀ ਆਰੰਭ ਦੀ ਘਾੜਤ ਹੈ, ਉਹ ਕਿਤਨੀ ਬਿਖਮ ਹੈ, ਕਿਤਨਾ ਉਹਦੇ ਵਿੱਚ ਦੁੱਖ ਹੈ, ਕਿਤਨਾ ਉਹਦੇ ਵਿੱਚ ਬੜਾ ਇੱਕ ਭਿਆਨਕ ਹੈ, ਜਿਹੜਾ ਮੁੱਖ ਤਲੈ ਪੈਰ ਉੱਪਰ ਹੈ ਵਸੰਦੋ ਕੋਥੜੈ ਥਾਏ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜੀਵਨ ਦੇ ਵਿੱਚ ਗਫਲਤ ਦਾ ਭਾਵ ਕੀ ਹੈ ਕਿ ਜਿਹੜਾ ਦੁਰਲੱਭ ਮਨੁੱਖਾ ਜਨਮ ਹੈ, ਪਹਿਲਾਂ ਤਾਂ ਉਹਦੀ ਸੋਝੀ ਨਹੀਂ ਹੈ ਕਿ ਇਹ ਦੁਰਲੱਭ ਹੈ, ਕੇਵਲ ਇਹ ਇਉਂ ਜਾਣ ਲਿਆ ਕਿ ਠੀਕ ਹੈ, ਬੜੇ ਸਧਾਰਨ ਜਿਹੇ ਨੁਕਤੇ ਤੋਂ ਜਨਮ ਮਿਲ ਗਿਆ। ਫਿਰ ਇਸ ਤੋਂ ਇਲਾਵਾ ਹੁਣ ਗਫਲਤ ਦਾ ਅਸਲ ਪਤਾ ਉਦੋਂ ਲੱਗ ਰਿਹਾ ਹੈ ਜਦੋਂ ਇਹਦੇ ਤੇ ਪਸ਼ੂ ਦੇ ਕਰਮਾਂ ਵਿੱਚ ਕੋਈ ਫਰਕ ਨਹੀਂ ਹੈ। ਪਸ਼ੂ ਨੇ ਆਪਣੀ ਜ਼ਿੰਦਗੀ ਖਾਣ ਪੀਣ, ਸੌਣ ਹੰਡਾਉਣ, ਵਿਸ਼ੇ ਵਿਕਾਰ ਭੋਗਣ, ਔਲਾਦ ਉਤਪੱਤੀ, ਤਾਂ ਥੋੜ੍ਹਾ ਜਿਹੜਾ ਸਰੀਰਕ ਝਗੜੇ ਟਕਰਾ, ਇਹਦੇ ਵਿੱਚ ਹੀ ਉਹਨੇ ਆਪਣਾ ਮਿਥਿਆ ਹੋਇਆ ਹੈ। ਪਸ਼ੂ ਜਿਵੇਂ ਦੇ ਅੱਜ ਤੋਂ ਕਈ ਯੁੱਗ ਪਹਿਲਾਂ ਕਰਮ ਕਰਦੇ ਸਨ, ਉਂਝ ਦਾ ਹੀ ਅੱਜ ਕਰਮ ਕਰ ਰਹੇ ਹਨ। ਇਸ ਕਰਕੇ ਜਿਹੜੀ ਮਾਇਆ ਦੀ ਗਫਲਤ ਵਿੱਚ ਸੁੱਤਾ ਹੋਇਆ ਜੀਵ ਹੈ, ਉਹਦੇ ਜੀਵਨ ਦੀ ਸਗਲੀ ਤੌਰ ਦੇ ਵਿੱਚੋਂ ਕੋਈ ਵੀ ਐਸਾ ਕਰਮ ਨਹੀਂ ਹੁੰਦਾ ਜਿਹਦੇ ਨਾਲ ਮਨੁੱਖ ਫਰਕ ਕਰ ਸਕੇ ਕਿ ਇਹ ਜਿਹੜਾ ਹੈ ਪਸ਼ੂ ਦੀ ਤੌਰ ਤੋਂ ਵੱਖਰਾ ਚੱਲ ਰਿਹਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਗਫਲਤ ਵਿੱਚ ਸੁੱਤੇ ਹੋਣ ਦਾ ਮਤਲਬ ਹੈ ਕਿ ਉਹਦੇ ਕਰਮ ਪਸ਼ੂਆਂ ਤੋਂ ਵੱਖਰੇ ਨਹੀਂ ਹੁੰਦੇ। ਮਤਲਬ ਜ਼ਬਾਨ ਦੇ ਰਸ-ਕਸ ਲੱਗੇ ਰਹਿਣੇ, ਹਰ ਵੇਲੇ ਵਿਸ਼ਿਆਂ ਵਿਕਾਰਾਂ ਦੀ ਹੀ ਸੁੱਧ ਰਹਿਣੀ, ਅਤੇ ਜਿਹੜੀ ਭਟਕਣਾ ਕਰਨੀ, ਜਿਹੜੀ ਤਲਾਸ਼ ਕਰਨੀ, ਉਹਦਾ ਪ੍ਰਯੋਜਨ ਵੀ ਸੰਸਾਰਿਕ ਜਾਂ ਦੁਨਿਆਵੀ ਹੀ ਹੋਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਜਿਹੇ ਜਿਹਦੇ ਲੱਛਣ ਹਨ, ਸਮਝ ਲਓ ਮਾਇਆ ਦੀ ਗਫਲਤ ਵਿੱਚ ਸੁੱਤਾ ਹੋਇਆ ਹੈ। ਦੂਜਾ ਲੱਛਣ, ਦਿਨ ਦਾ ਆਰੰਭ ਹੁੰਦਾ ਹੈ। ਪ੍ਰਕਿਰਤੀ ਦੇ ਤੌਰ 'ਤੇ ਅਸੀਂ ਪੰਛੀਆਂ ਨੂੰ ਜਿਹੜੇ ਹਨ ਬੁੱਧੀ ਤੋਂ ਹੀਣੇ ਮੰਨਦੇ ਹਾਂ। ਇੱਕ ਦਿਨ ਦਾ ਉਜਾਲਾ ਹੋਣ ਦੇ ਨਾਲ
ਪੰਛੀ ਆਪਣਾ ਗੀਤ ਆਰੰਭ ਕਰ ਦਿੰਦੇ ਹਨ। ਉਹਨਾਂ ਨੂੰ ਲੱਗਦਾ ਕੋਈ ਨਵੀਂ ਸਵੇਰ ਉਦਿਆ ਹੋਈ ਹੈ ਅਤੇ ਸਾਡੀ ਨਵੀਂ ਅੱਜ ਤਲਾਸ਼ ਆਰੰਭ ਹੋਏਗੀ। ਪੰਛੀ ਦਾ ਗੀਤ ਆਰੰਭ ਹੋ ਰਿਹਾ ਹੈ। ਬੰਦੇ ਦੀ ਗਫਲਤ ਦੀ ਨਿਸ਼ਾਨੀ ਹੈ ਕਿ ਸੂਰਜ ਦੀਆਂ ਕਿਰਨਾਂ ਨੇ ਬਿਸਤਰ ਤੱਕ ਆ ਦਸਤਕ ਦਿੱਤੀ ਹੈ, ਪਰ ਮਨੁੱਖ ਅਜੇ ਵੀ ਜਿਹੜੀ ਆਪਣੀ ਨੀਂਦ ਦੀ ਅਵਸਥਾ ਨੂੰ ਹੋਰ ਕਰ ਰਿਹਾ। ਇਹਦਾ ਭਾਵ ਕਿ ਜਿਹੜੇ ਜੀਵਨ ਦੀਆਂ ਬੇਪਰਵਾਹੀ ਵਾਲਾ ਬਚਪਨ, ਜਵਾਨੀ ਦੇ ਜੋਸ਼ ਵਾਲਾ ਸਾਰਾ ਆਲਮ, ਗ੍ਰਸਤ ਦਾ ਆਲਮ ਵੀ ਸਾਰਾ ਬੀਤ ਗਿਆ ਹੈ ਅਤੇ ਹੁਣ ਵਾਲ ਚਿੱਟੇ ਹੋਣ ਵਾਂਗ ਜਿਹੜੀਆਂ ਕਾਲ ਰੂਪ ਦਿਨ ਦੀਆਂ ਚਿੱਟੀਆਂ ਕਿਰਨਾਂ ਹਨ ਉਹ ਸਰੀਰ 'ਤੇ ਆ ਪਈਆਂ ਹਨ, ਪਰ ਅਜੇ ਵੀ ਕਰਮਾਂ ਦਾ ਕੋਈ ਗਤੀ ਨਹੀਂ ਬਦਲੀ। ਜਿਹੜੇ ਕਰਮ ਅਚੇਤ ਪੁਣੇ 'ਚ ਪਹਿਲਾਂ ਕਰ ਰਿਹਾ ਸੀ ਉਹੀ ਹੁਣ ਕਰ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਵੀ ਉਹਦੇ ਗਫਲਤ ਵਿੱਚ ਸੁੱਤੇ ਹੋਣ ਦੀ ਨਿਸ਼ਾਨੀ ਹੈ। ਫਿਰ ਤੀਜਾ ਪੱਧਰ ਕਿ ਗੁਰਬਾਣੀ ਦੇ ਵਿੱਚ ਅਸੀਂ ਵਾਕ ਪੜ੍ਹਦੇ ਹਾਂ, ਵਿਣ ਗੁਣ ਕੀਤੇ ਭਗਤ ਨਾ ਹੋਏ, ਜਾਂ ਮਨੁੱਖ ਇੱਥੇ ਗੁਣਾਂ ਦੀ ਰਾਸ ਪੱਲੇ ਬੰਨ੍ਹਣ ਦੇ ਲਈ ਆਇਆ ਹੈ ਅਤੇ ਉਹ ਗੁਣਾਂ ਦੀ ਰਾਸ ਮਨੁੱਖ ਪੱਲੇ ਨਹੀਂ ਬੰਨ੍ਹ ਰਿਹਾ, ਪੰਜਾਂ ਵਿਕਾਰਾਂ ਦੇ ਅਧੀਨ ਹੈ ਅਤੇ ਅਵਗੁਣਾਂ ਦਾ ਜਿਹੜਾ ਚੱਕਰ ਹੈ ਹਰ ਵੇਲੇ ਅੰਦਰੂਨ ਦੇ ਵਿੱਚ ਚੱਲਦਾ ਰਹਿੰਦਾ ਹੈ ਅਤੇ ਮਲੀਨ ਕਰਮਾਂ ਦੇ ਸਹਿਤ ਹੋ ਹੀ ਜਾਂਦਾ। ਇਸ ਕਰਕੇ ਅਵਗੁਣ ਤਾਂ ਕੀ ਬਣਨੇ ਸੀ, ਦਿਨ ਬਾ ਦਿਨ ਅਵਗੁਣਾਂ ਦੇ ਨਾਲ ਭਰਦਾ ਜਾ ਰਿਹਾ ਹੈ। ਅਤੇ ਜਦੋਂ ਗੁਨਾਹਾਂ ਦਾ, ਅਵਗੁਣਾਂ ਦਾ, ਪਾਪਾਂ ਦਾ, ਨੀਚ ਕਰਮਾਂ ਦਾ ਬੋਝ ਵੱਧ ਜਾਏਗਾ ਤਾਂ ਸਮਝ ਲੈਣਾ ਕਿ ਮਨੁੱਖ ਮਾਇਆ ਦੀ ਗਫਲਤ ਦੇ ਵਿੱਚ ਹੈ। ਫਿਰ ਇਸ ਤੋਂ ਅਗਲਾ ਲੱਛਣ ਹੈ ਕਿ ਜਿਹੜਾ ਮਨੁੱਖ ਮਾਇਆ ਦੀ ਗਫਲਤ ਵਿੱਚ ਹੁੰਦਾ ਹੈ ਉਹ ਜੀਵਨ ਦੀਆਂ ਜਿਹੜੀਆਂ ਅਸਲੀਅਤਾਂ ਉਹਦੇ ਸਨਮੁਖ ਵਾਪਰਦੀਆਂ ਨੇ ਉਹਨਾਂ ਤੋਂ ਵੀ ਗਿਆਨਮਈ ਉਪਦੇਸ਼ ਜਾਂ ਗਿਆਨਮਈ ਨੁਕਤਾ ਨਹੀਂ ਗ੍ਰਹਿਣ ਕਰਦਾ। ਸੰਬੰਧੀ ਤੁਰ ਗਏ ਨੇ ਤਾਂ ਵੀ ਆਪਣਾ ਜਾਣਾ ਚੇਤੇ ਨਹੀਂ ਆਇਆ। ਪਦਾਰਥ ਨੂੰ ਇਕੱਤਰਿਤ ਕਰਨ ਵਾਲੇ ਰਾਵਣ ਵਰਗੇ ਸੋਨੇ ਦੀ ਲੰਕਾ ਹੀ ਛੱਡ ਗਏ ਨੇ, ਪਰ ਫਿਰ ਵੀ ਅਜੇ ਵੀ ਜੀਵਨ ਦੇ ਅੰਤਮ ਸਾਹ ਤੱਕ ਪਦਾਰਥ ਪ੍ਰਾਪਤੀ ਦੀ ਹੀ ਮਨਸ਼ਾ ਹੈ। ਵਿਕਾਰਾਂ ਦੇ ਭੋਗਾਂ ਕਰਕੇ ਦੇਹ ਦਾ ਸਾਰਾ ਬਲ ਖਤਮ ਹੋ ਗਿਆ ਹੈ, ਪਰ ਮਾਨਸਿਕ ਤਲ 'ਤੇ ਜਿਹੜੀ ਵਾਸ਼ਨਾ ਅਜੇ ਵੀ ਜਵਾਨ ਹੈ। ਇਸ ਪ੍ਰਕਾਰ ਜਿਹੜਾ ਗਫਲਤ ਵਿੱਚ ਜਾਗਿਆ ਹੋਇਆ ਜਾਂ ਗਫਲਤ ਵਿੱਚ ਪਿਆ ਹੋਇਆ ਜੀਵ ਹੈ ਉਹ ਜੀਵਨ ਦੀਆਂ ਬਾਹਰੀ ਅਸਲੀਅਤਾਂ ਨੂੰ ਦੇਖ ਕੇ ਵੀ ਸੱਚ ਰੂਪ ਦੇ ਵਿੱਚ ਨਹੀਂ ਹੰਡਾਉਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਇਹੋ ਜਿਹੀ ਨੀਂਦ ਹੈ, ਸਰੀਰ ਦੀ ਨੀਂਦ ਹੈ, ਵੇਖੋ ਹੁਣ ਜਿਵੇਂ ਸਰੀਰਕ ਤੌਰ 'ਤੇ ਸਾਰੇ ਆਰਾਮ ਕਰਦੇ ਨੇ, ਕਿੰਨਾ ਵੀ ਬੰਦਾ ਕੋਈ ਨੀਂਦ ਦਾ ਪ੍ਰੇਮੀ ਕਿਉਂ ਨਾ ਹੋਵੇ 12-14 ਘੰਟੇ ਤੋਂ ਵੱਧ ਨਹੀਂ ਸੌਂ ਸਕਦਾ। ਉਹਨੂੰ ਬਿਸਤਰ ਹੀ ਉਹੀ ਬਿਸਤਰ ਜਿਹੜਾ ਪਹਿਲਾਂ ਗੂੜ੍ਹੀ ਨੀਂਦ ਵੇਲੇ ਸੁਹਾਵਣਾ ਲੱਗਦਾ, ਆਰਾਮਦਾਇਕ ਲੱਗਦਾ ਹੈ, ਜ਼ਿਆਦਾ ਘੰਟੇ ਨੀਂਦ ਲੈਣ ਲੱਗੇ ਅਤੇ ਉਹੀ ਉਹਨੂੰ ਥਕਾਵਟ ਪੈਦਾ ਕਰਨੀ ਸ਼ੁਰੂ ਕਰ ਦਿੰਦਾ। ਅਤੇ ਮਨੁੱਖ ਅਕਸਰ ਉੱਠ ਵੀ ਜਾਂਦੇ ਨੇ, ਵੱਡੇ ਵੱਡੇ ਆਲਸੀ ਵੀ 12-15 ਘੰਟੇ ਬਾਅਦ ਬਿਸਤਰ ਛੱਡ ਦਿੰਦੇ ਨੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਇੱਕ ਐਸੀ ਨੀਂਦ ਹੈ ਕਿ ਜਿਹੜੀ ਇੰਨਾ ਕੁਝ ਵਾਪਰਨ ਦੇ ਬਾਵਜੂਦ ਵੀ ਨਹੀਂ ਖੁੱਲ੍ਹ ਰਹੀ। ਕੀ ਇਹ ਨੀਂਦ ਓਨੀ ਗੂੜ੍ਹੀ ਹੋ ਜਾਏਗੀ ਕਿ ਜਿਵੇਂ ਕਈ ਵਾਰੀ ਬਹੁਤ ਨੀਂਦ ਗੂੜ੍ਹਿਆਂ ਨੂੰ ਕਿਸੇ ਨਾਲ ਹੋਰ ਤਰ੍ਹਾਂ ਦਾ ਯਤਨ ਕਰਕੇ ਉਠਾਇਆ ਜਾਂਦਾ, ਆਵਾਜ਼ ਨਾਲ ਨਹੀਂ ਉੱਠਦੇ, ਹਿਲਾਉਣ ਨਾਲ ਨਹੀਂ ਉੱਠਦੇ, ਫਿਰ ਕੋਈ ਅਸੀਂ ਉਸ ਤਰ੍ਹਾਂ ਦਾ ਯਤਨ ਕਰਦੇ ਹਾਂ ਜਿਹਦੇ ਨਾਲ ਉੱਠ ਜਾਵੇ। ਤਾਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਕਿ ਕੀ ਇਹ ਜਿਹੜੀ ਗਫਲਤ ਦੀ ਨੀਂਦ ਹੈ ਇਹ ਜੀਵਨ ਦੇ ਖਤਮ ਹੋਣ ਦੇ ਨਾਲ ਹੀ ਟੁੱਟੇਗੀ ਜਾਂ ਪਹਿਲਾਂ ਵੀ ਟੁੱਟ ਸਕਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਸੂਤਾ ਕਿਆ ਕਰਹੇ। ਸਰੀਰਕ ਸੌਣ ਦਾ ਤਾਂ ਕੋਈ ਪ੍ਰਯੋਜਨ ਹੈ, ਮੰਨ ਲਿਆ, ਉਹ ਠੀਕ ਵੀ ਹੈ, ਪਰ ਜਿਹੜਾ ਮਾਇਆ ਦੀ ਗਫਲਤ ਕਰਕੇ ਨਾ ਅੰਮ੍ਰਿਤ ਵੇਲੇ ਦੀ ਸੰਭਾਲ ਹੈ, ਨਾ ਸ਼ੁਭ ਕਰਮਾਂ ਦੀ ਕੋਈ ਸੇਧ ਹੈ ਜੀਵਨ ਦੇ ਵਿੱਚ, ਨਾ ਮਨੁੱਖਾ ਜਨਮ ਦਾ ਆਦਰਸ਼ ਹੀ ਕੋਲ ਹੈ ਕਿ ਕੀ ਕਰਨਾ ਜ਼ਿੰਦਗੀ ਦੇ ਵਿੱਚ। ਜਿਹੜੇ ਦਰਸ਼ ਮਿੱਥੇ ਵੀ ਹੋਏ ਹਨ ਉਹ ਵੀ ਸਾਰੇ ਦੁਨਿਆਵੀ ਕਿਸਮ ਦੇ ਹਨ। ਫਿਰ ਜੀਵਨ ਦੇ ਵਿੱਚ ਜਿਹੜੀਆਂ ਅਸਲੀਅਤਾਂ ਵਾਪਰ ਰਹੀਆਂ ਨੇ ਉਹਨੂੰ ਆਪਣੇ ਆਤਮ ਚਿੰਤਨ ਦਾ ਭਾਗ ਨਹੀਂ ਬਣਾਇਆ ਜਾ ਰਿਹਾ। ਤਾਂ ਇਹਦਾ ਮਤਲਬ ਹੈ ਕਿ ਮਨੁੱਖ ਅਚੇਤ ਹੈ। ਜਿਵੇਂ ਆਰੰਭ ਵਿੱਚ ਕਿਹਾ ਸੀ ਕਿ ਮਨੁੱਖ ਸੁੱਤਾ ਹੋਵੇ, ਉਹਦੇ ਨੇੜੇ ਕੀ ਹੋ ਰਿਹਾ ਉਹਨੂੰ ਨਹੀਂ ਇਲਮ ਹੁੰਦਾ। ਜਿਹੜੇ ਮਾਇਆ ਦੀ ਗਫਲਤ ਕਰਕੇ ਸੁੱਤੇ ਹਨ ਉਹਨਾਂ ਨੂੰ ਆਪਣੇ ਸੰਬੰਧੀਆਂ ਦਾ ਚਲੇ ਜਾਣ ਦਾ, ਪਦਾਰਥਾਂ ਦਾ ਇੱਥੇ ਰਹਿ ਜਾਣ ਦਾ, ਦੇਹ ਦੇ ਬਲ ਦਾ ਪੂਰੀ ਤਰ੍ਹਾਂ ਖਤਮ ਹੋ ਜਾਣ ਦਾ, ਇਸੇ ਪ੍ਰਕਾਰ ਅਵਗੁਣਾਂ ਦੇ ਕਰਕੇ ਜਿਹੜਾ ਅੰਤ ਸਮੇਂ ਭੈ ਭੀਤ ਹੋਣ ਦਾ, ਇਹ ਸਾਰੀਆਂ ਸਥਿਤੀਆਂ ਉਹਨਾਂ ਨੂੰ ਦੇਖਦਿਆਂ ਹੋਇਆਂ ਵੀ ਜਿਹੜੀਆਂ ਹਨ ਨਹੀਂ ਮਹਿਸੂਸ ਹੁੰਦੀਆਂ, ਇਹ ਮਾਇਆ ਦੇ ਗਫਲਤ ਦੇ ਲੱਛਣ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੇ ਸੌਣ ਦਾ ਕੀ ਕਰਨਾ ਹੈ। ਅਸਲ ਦੇ ਵਿੱਚ ਜੇ ਕੁਝ ਕਰਨਾ ਅਸੀਂ ਬਾਣੀ 'ਚ ਵਾਕ ਪੜ੍ਹਦੇ ਹਾਂ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਕ ਹਨ, ਜਾਗ ਲਿਹੋ। ਹੁਣ ਮਨੁੱਖ ਪੁੱਛੇਗਾ ਕਿ ਚਲੋ ਇਹ ਮਾਇਆ ਦੀ ਗਫਲਤ ਮੈਨੂੰ ਪਤਾ ਲੱਗ ਗਈ, ਹੁਣ ਇਸ ਮਾਇਆ ਦੀ ਗਫਲਤ ਦਾ ਗਿਆਨਮਈ ਅਰਥ ਕੀ ਹੈ। ਇਹ ਤਾਂ ਮੈਨੂੰ ਪਤਾ ਲੱਗ ਗਿਆ
कि जी मेरा मोह संसार की तरफ है, पदार्थां की तरफ है, विकारां की तरफ है। पर इस सुत्ते होण दा ज्ञानमयी भाव की है, हुण इस तों जागण दा अर्थ की है? तब गुरु साहब जी बख्शिश करते हैं, जाग लिहो रे मना जाग लिहो, कहा गाफुल सोया जो तन उपजया संग ही, सो पी संग ना होया। जे तैनूं जगा रहे हैं, जिवें माता अपने बच्चे नूं जगाउंदी है, तो जे वो अगों पुछ ले भी हाँ मैनूं जगा तो ठीक है, पर मैं जाग के करां क्या की, मैं जागां क्यों? तो ਉਹਦੀ माता ਨੂੰ ਕਹਿੰਦੀ तेरे स्कूल जाण ਦਾ ਸਮਾਂ है ਜਾਂ तेरे होर ਕੰਮ ਕਰਨ ਦਾ ਸਮਾਂ है। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜੇ ਤੇਰੇ ਜਾਗਣ ਦਾ ਅਰਥ ਕੀ ਹੈ ਕਿ ਤੂੰ ਵਾਚ ਆਪਣੀ ਇਸ ਅਸਲੀਅਤ ਨੂੰ ਕਿ ਹੁਣ ਤਾਂ ਤੂੰ ਬਾਹਰੀ ਤੌਰ 'ਤੇ ਬੜਾ ਭਰਮਿਆ ਹੋਇਆ ਹੈ, ਤੂੰ ਬਹੁਤ ਨਿਕਟ ਆ ਕੇ ਆਪਣੇ ਆਪ ਨੂੰ ਵਾਚ ਕੇ ਜੋ ਤਨ ਉਪਜਿਆ ਸੰਗ ਹੀ, ਇਸ ਤਨ ਦੇ ਨਾਲ ਜਿਹੜਾ ਤੇਰਾ ਮਨ ਜਿਹਦੇ ਕਰਕੇ ਤੂੰ ਵਿਕਾਰਾਂ ਦੇ ਰਸ ਭੋਗਦਾ ਹੈ, ਜਿਹੜੀ ਬੁੱਧੀ ਕਰਕੇ ਸੰਸਾਰ ਦੇ ਵਿੱਚ ਤੂੰ ਆਪਣੇ ਹੰਕਾਰ ਦਾ ਜਾਂ ਹੋਰ ਆਪਣੇ ਸਮਰੱਥਾਵਾਂ ਦਾ ਪ੍ਰਗਟਾਵਾ ਕਰਦਾ ਹੈ, ਇਹ ਸਾਰਾ ਕੁਝ ਤਾਂ ਸਰੀਰ ਦੇ ਨਾਲ ਹੀ ਪੈਦਾ ਹੋਇਆ ਹੈ ਅਤੇ ਇਹ ਸਰੀਰ ਹੀ ਨਹੀਂ ਰਹਿਣਾ ਤਾਂ ਫਿਰ ਤੇਰੀ ਗਫਲਤ ਹੈ। ਇਸ ਕਰਕੇ ਜੇ ਤੂੰ ਸਰੀਰ ਦੇ ਵਿੱਚੋਂ ਪੈਦਾ ਹੋਣ ਵਾਲੇ ਸਾਰੇ ਬਲ ਦੇ ਜਿਹੜੇ ਪ੍ਰਭਾਵ ਨੇ ਉਹਨਾਂ ਦਾ ਅਹੰਕਾਰ ਗ੍ਰਹਿਣ ਕਰ ਰਿਹਾ ਹੈ ਅਤੇ ਯਾਦ ਰੱਖੇ ਸਰੀਰ ਵੀ ਥਿਰ ਰਹਿਣ ਵਾਲਾ ਨਹੀਂ ਹੈ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਤੂੰ ਸੰਬੰਧਾਂ ਨੂੰ ਤਾਂ ਕੀ, ਪਦਾਰਥਾਂ ਨੂੰ ਤਾਂ ਕੀ, ਵਿਸ਼ਿਆਂ ਵਿਕਾਰਾਂ ਦੇ ਰਸਾਂ ਨੂੰ ਤਾਂ ਕੀ, ਜਿਹੜਾ ਸਰੀਰ ਤੇਰਾ ਅੱਤ ਦਾ ਨਿੱਜੀ ਹੈ ਉਹ ਵੀ ਨਹੀਂ ਲਿਜਾ ਸਕਿਆ। ਇਸ ਕਰਕੇ ਤੇਰੇ ਜਾਗਣ ਦਾ ਕਾਰਨ ਕੀ ਹੈ ਕਿ ਤੂੰ ਕਾਲ ਦੀ ਮਾਰ ਹੇਠ ਵਿਚਰਿਆ ਹੈ ਅਤੇ ਤੇਰੇ ਕੋਲ ਇੱਕੋ ਹੀ ਸਾਧਨ ਹੈ ਪ੍ਰਭੂ ਸਿਮਰਨ ਦਾ ਅਤੇ ਗਿਆਨ ਦੇ ਉਪਦੇਸ਼ ਦੀ ਸਾਧਨਾ ਦਾ, ਕਿ ਜਦੋਂ ਉਹਨੂੰ ਦ੍ਰਿੜ ਕਰ ਲਏਗਾ ਤਾਂ ਜਿਹੜੇ ਜਿੰਨੇ ਜੀਵਨ ਦੇ ਭੈ ਬਣੇ ਹਨ ਉਹ ਸਾਰੇ ਬਿਨਸ ਜਾਣਗੇ ਅਤੇ ਤੇਰਾ ਜਿਹੜਾ ਜਾਗਣਾ ਹੈ ਅਰਥਪੂਰਨ ਹੋ ਸਕੇਗਾ। ਇਸ ਪ੍ਰਕਾਰ ਗੁਰਬਾਣੀ 'ਚ ਵਾਕ ਆਉਂਦੇ ਨੇ, ਜਾਗ ਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨ ਆਵਸ ਕਾਮਾ, ਝੂਠ ਮੋਹ ਮਿਥਿਆ ਪਸਾਰੇ। ਜਿਵੇਂ ਨਾ ਭਗਤ ਰਵਿਦਾਸ ਜੀ ਦਾ ਇੱਕ ਵਾਕ ਆਉਂਦਾ ਬਾਣੀ 'ਚ, ਕਹਿੰਦੇ ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਤ ਰਾਜ ਵਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਕਹਿੰਦੇ ਕੋਈ ਰਾਜਾ ਥਕਾਵਟ ਕਰਕੇ ਸਾਰਾ ਦਿਨ ਰਾਜ ਦਰਬਾਰ ਦੀ ਲੋਕਾਂ ਦੇ ਝਗੜੇ ਫੈਸਲਿਆਂ ਦੇ ਨਿਰਣਿਆਂ ਕਰਦਿਆਂ ਥੱਕ ਗਿਆ ਅਤੇ ਆਖਰ ਸ਼ਾਮ ਨੂੰ ਆਪਣੇ ਸਿੰਘਾਸਣ 'ਤੇ ਹੀ ਸੌਂ ਗਿਆ। ਇਸੇ ਪ੍ਰਕਾਰ ਕਹਿੰਦੇ ਸੌਂ ਗਿਆ ਅਤੇ ਸੌਣ ਦੌਰਾਨ ਉਹਨੂੰ ਭਿਖਾਰੀ ਹੋਣ ਦਾ ਸੁਪਨਾ ਆਇਆ ਕਿ ਮੈਂ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ। ਕਹਿੰਦੇ ਉਹ ਸੁਪਨੇ ਦੇ ਵਿੱਚ ਸਾਰਾ ਭਰਮਦਾ ਰਿਹਾ ਨੀਂਦ ਦੇ ਵਿੱਚ ਸੁਪਨੇ ਕਰਕੇ। ਤਾਂ ਫਿਰ ਕੀ ਹੋਇਆ ਕਿ ਜਦੋਂ ਜਾਗਿਆ ਅਤੇ ਦੇਖਿਆ ਕਿ ਮੈਂ ਤਾਂ ਸਿੰਘਾਸਣ 'ਤੇ ਬੈਠਾ, ਮੈਂ ਤਾਂ ਰਾਜਾ ਹਾਂ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਹੜੇ ਸੰਸਾਰ ਦੀ ਗਫਲਤ ਵਿੱਚ ਆ ਕੇ ਭਰਮ ਗਏ ਹਨ ਉਹ ਸਮਝਦੇ ਹਨ ਕਿ ਅਸੀਂ ਦੁਨੀਆ ਦੇ ਸਦੀਵ ਰਾਜੇ ਹਾਂ, ਹੈ ਅਸਲ ਦੇ ਵਿੱਚ ਮੁਸਾਫਰ, ਪਰ ਮਾਇਆ ਦੀ ਗਫਲਤ ਕਰਕੇ ਸਮਝ ਬੈਠੇ ਨੇ ਦੁਨੀਆ ਦੇ ਸਦੀਵ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਵੇਂ ਉਹ ਰਾਜਾ ਪਰੇਸ਼ਾਨ ਹੁੰਦਾ ਹੈ ਅਤੇ ਬਾਅਦ 'ਚ ਉਹ ਸੁਖੀ ਵੀ ਹੋ ਗਿਆ ਜਦੋਂ ਜਾਗਿਆ, ਉਹਨੂੰ ਪਤਾ ਲੱਗਾ ਨਹੀਂ ਅਸੀਂ ਰਾਜੇ ਹੀ ਹਾਂ, ਕੋਈ ਭਿਖਾਰੀ ਨਹੀਂ। ਇਸੇ ਪ੍ਰਕਾਰ ਕਹਿੰਦੇ ਜਿਹੜਾ ਗੁਰੂ ਸ਼ਬਦ ਨਾਲ ਜਾਗ ਜਾਂਦਾ ਹੈ ਉਹਦਾ ਜਗਤ ਦੇ ਨਾਲ ਸਭ ਪ੍ਰਕਾਰ ਦੀ ਅਟਰੈਕਸ਼ਨ ਟੁੱਟ ਜਾਂਦੀ ਹੈ। ਔਰ ਉਹ ਟੁੱਟਣ ਦਾ ਕਾਰਨ ਕੋਈ ਦਮਨ ਨਹੀਂ ਹੁੰਦਾ, ਉਹ ਟੁੱਟਣ ਦਾ ਕਾਰਨ ਗਿਆਨ ਹੁੰਦਾ। ਜਿਵੇਂ ਕੁਝ ਗੱਲਾਂ ਅਸੀਂ ਮਜਬੂਰੀ ਕਰਕੇ ਛੱਡਦੇ ਹਾਂ ਪਰ ਅੰਦਰੋਂ ਚਾਹਤ ਨਹੀਂ ਹੁੰਦੀ ਛੱਡਣ ਦੀ, ਪਰ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਬੜੇ ਸਹਿਜ ਦੇ ਨਾਲ ਛੱਡਦੇ ਹਾਂ, ਜਿਹਨੂੰ ਛੱਡਣ ਲੱਗਿਆ ਕੋਈ ਤਕਲੀਫ ਵੀ ਨਹੀਂ ਹੁੰਦੀ, ਦੁਬਾਰਾ ਉਹਦੀ ਕੋਈ ਯਾਦ ਜਾਂ ਪ੍ਰਭਾਵ ਵੀ ਨਹੀਂ ਸਾਡੇ 'ਚ ਰਹਿੰਦਾ। ਇਸ ਕਰਕੇ ਜਿਹੜਾ ਸੰਸਾਰ ਦੇ ਤਿਆਗਣ, ਮੋਹ ਦੇ ਤਿਆਗਣ ਦਾ ਅਰਥ ਹੈ ਗੁਰਮਤਿ ਦੇ ਵਿੱਚ, ਉਹ ਦਮਨ ਵਾਲਾ ਨਹੀਂ ਹੈ। ਦਮਨ ਕਰਾਂਗੇ ਤਾਂ ਉਹਦਾ ਜ਼ਿਆਦਾ ਪ੍ਰਭਾਵ ਬਣੇਗਾ। ਉਹਨੂੰ ਸ਼ਬਦ ਦੀ ਸਾਧਨਾ ਦੇ ਨਾਲ ਸਹਿਜ ਸਹਿਜ, ਜਿਵੇਂ ਇਹਨੂੰ ਸਰਲ ਕਹਿ ਲਓ ਕਿ ਅਸੀਂ 24 ਘੰਟੇ ਦਾ ਸਮਾਂ ਹਰੇਕ ਮਨੁੱਖ ਕੋਲ ਹੈ। ਕਿੰਨਾ ਸਮਾਂ ਉਹਦੇ ਦੁਨਿਆਵੀ ਜੀਵਨ ਨੂੰ ਠੀਕ ਠਾਕ ਰੱਖਣ ਦੇ ਲਈ ਬਤੀਤ ਹੋ ਰਿਹਾ, ਕਿੰਨਾ ਸਮਾਂ ਉਹਦੇ ਸਰੀਰਕ ਸੁੱਖਾਂ ਹੋਰ ਲੋੜਾਂ ਕਰਕੇ ਬਤੀਤ ਹੋ ਰਿਹਾ। ਔਰ ਉਹਦੇ ਵਿੱਚੋਂ ਵਾਚਣਾ ਹੈ ਕਿ ਜਿਸ ਨੇ ਜਨਮ ਦੁਰਲੱਭ ਦਿੱਤਾ, ਪ੍ਰਾਣਾਂ ਦਾ ਆਧਾਰ ਦਿੱਤਾ, ਰਿਜ਼ਕ ਪਹੁੰਚਾਇਆ, ਸਾਰਾ ਕੁਝ ਦਿੱਤਾ, ਉਹਦੇ ਅਰਥ ਮੇਰੇ ਕੋਲ ਕਿੰਨਾ ਸਮਾਂ ਹੈ। ਇਸ ਗੱਲ ਨੂੰ ਵਾਚਣਾ ਹੀ ਮਨੁੱਖ ਦਾ ਜਾਗਣਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੂਤਾ ਕਿਆ ਕਰੇ। ਇਸ ਕਰਕੇ ਗੁਰਬਾਣੀ 'ਚ ਇਹ ਵੀ ਵਾਕ ਆਉਂਦੇ ਹਨ। ਗੁਰੂ ਭਗਤ ਕਬੀਰ ਸਾਹਿਬ ਜੀ ਸਾਨੂੰ ਚੇਤਨ ਕਰਦੇ ਹਨ ਕਿ ਜਬ ਲਗ ਤੇਲ ਦੀਵੇ ਮੁੱਖ ਬਾਤੀ, ਕਿ ਦੀਵਾ ਅਸਲ ਕਦੋਂ ਤੱਕ ਹੈ ਕਿ ਜਦੋਂ ਤੱਕ ਤੇਲ ਹੈ। ਅਤੇ ਇਹ ਵੀ ਗੱਲ ਸਮਝ ਲੈ ਕਿ ਜਦ ਤੱਕ ਤੇਲ ਹੈ ਉਦੋਂ ਤੱਕ ਹੀ ਸਵਾਸਾਂ ਦੀ ਜਿਹੜੀ ਵੱਟੀ ਚੱਲ ਰਹੀ ਹੈ। ਇਹ ਸਵਾਸਾਂ ਰੂਪੀ ਤੇਲ ਹੈ, ਚੱਲਦਾ ਚੱਲਦਾ ਆਖਰ ਖਤਮ ਹੋ ਜਾਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੂਤਾ ਕਿਆ ਕਰੇ, ਐਸੇ ਸਾਉਣ ਦਾ ਕੀ ਕਰਨਾ ਹੈ ਜਿਸ ਸਾਉਣ ਦੇ ਕਰਕੇ ਤੇਰਾ ਸਾਰਾ ਜੀਵਨ ਹੀ ਨਿਸ਼ਫਲ ਜਾਂਦਾ ਰਿਹਾ ਹੋਵੇ।
ਜਿਵੇਂ ਇਹਨੂੰ ਅਸੀਂ ਸਰਲ ਵਾਚ ਲਈ, ਜਿਹੜੇ ਨੇਮ ਕਿਸੇ ਗੁਰਮਤਿ ਮਰਜ਼ਾਦਾ ਦੇ ਨੇਮ ਵਿੱਚ ਹਨ, ਉਹਨਾਂ ਦਾ ਇੱਕ ਦੀਰਘ ਅਭਿਆਸ ਸਾਰਿਆਂ ਦਾ ਸਾਂਝਾ ਹੋ ਸਕਦਾ ਹੈ। ਉਹਦੇ ਵਿੱਚ ਕੀ ਹੈ ਕਿ ਅਗਰ ਕਿਸੇ ਦਿਨ ਕਿਸੇ ਕਾਰਨ ਕਰਕੇ, ਥਕਾਵਟ ਕਰਕੇ, ਆਲਸ ਕਰਕੇ ਜਾਂ ਕਿਸੇ ਪ੍ਰਕਾਰ ਦੀ ਚਿੰਤਾ ਕਰਕੇ ਮਨੁੱਖ ਦੇ ਅੰਮ੍ਰਿਤ ਵੇਲੇ ਦੀ ਸੰਭਾਲ ਵਿੱਚ ਦੇਰੀ ਹੋ ਜਾਏ, ਜਿਹੜੇ ਉਹਦੇ ਭਗਤੀ ਕਰਮ ਹਨ ਉਹਨਾਂ ਦੇ ਵਿੱਚ ਥੋੜ੍ਹੀ ਦੇਰੀ ਵਾਪਰ ਜਾਏ, ਤਾਂ ਸਾਰਾ ਦਿਨ ਉਹਦਾ ਜਿਹੜਾ ਭਗਤੀ ਵਾਲਾ ਮਾਨਸਿਕ ਸੰਤੁਲਨ ਹੈ ਉਹ ਠੀਕ ਨਹੀਂ ਰਹਿੰਦਾ, ਉਹਦੇ ਵਿੱਚ ਥੋੜ੍ਹੀ ਹਿਲਜੁਲ ਵਾਪਰ ਜਾਂਦੀ ਹੈ। ਇਹ ਤਾਂ ਇੱਕ ਦਿਨ ਦਾ ਹੈ। ਜਿਹੜੇ ਸਮੁੱਚੇ ਜੀਵਨ ਦੇ ਵਿੱਚ ਹੀ ਇਸ ਤਰ੍ਹਾਂ ਅਚੇਤ ਸੁੱਤੇ ਹੋਏ ਹਨ ਕਿ ਜ਼ਿੰਦਗੀ ਵਿੱਚ ਕੋਈ ਰਾਸ ਨਹੀਂ ਕਮਾਈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਅਜਿਹੇ ਸੌਣ ਦਾ ਕੀ ਕਰਨਾ ਹੈ। ਉੱਠ ਇਸੇ ਪ੍ਰਕਾਰ ਜਾਗ ਰੋਏ ਪੈ ਦੁੱਖ, ਕਹਿੰਦੇ ਇਸ ਕਰਕੇ ਇਸ ਸੌਣ ਨਾਲੋਂ ਚੰਗਾ ਹੈ ਮਾਇਆ ਦੀ ਗਫਲਤ ਕਰਕੇ ਕਿ ਜਾਗ ਜਾਹਾ। ਜਦੋਂ ਜਾਗੇਗਾ ਉਦੋਂ ਜੀਵਨ ਅਸਲ ਦੇ ਵਿੱਚ ਨਜ਼ਰ ਆਏਗਾ ਕਿ ਬਚਪਨ ਵੀ ਗਿਆ, ਜਵਾਨੀ ਵੀ ਗਈ, ਗ੍ਰਸਤ ਵਾਲਾ ਮੁਕਾਮ ਵੀ ਗੁਜ਼ਰ ਗਿਆ, ਹੁਣ ਬੁਢਾਪੇ ਦੀ ਦਸਤਕ 'ਤੇ ਆ, ਅਤੇ ਬੁਢਾਪੇ ਦੀ ਦਸਤਕ ਤੈਨੂੰ ਯਾਦ ਕਰਵਾ ਰਹੀ ਹੈ। ਗੁਰਬਾਣੀ 'ਚ ਨਾ ਇੱਕ ਵਾਕ ਹੁੰਦਾ, ਕੱਕੈ ਕੇਸ ਪੁੰਡਰ ਜਬ ਹੂਏ ਵਿਣ ਸਾਬੁਣੈ ਉਜਲਿਆ, ਜਮ ਰਾਜ ਕੇ ਹੀਰੂ ਆਏ ਮਾਇਆ ਕੈ ਸੰਗਲ ਬੰਦ ਲਿਆ। ਉਹਦੇ ਵਿੱਚ ਆਖਦੇ ਹਨ ਕਿ ਜਦੋਂ ਮਨੁੱਖ ਦੇ ਅਗਲੇ ਦੁਆਰ 'ਤੇ ਚੱਲਣ ਦੀ ਦਸਤਕ ਆਈ ਹੈ ਨਾ, ਤਾਂ ਉਹ ਮਨੁੱਖ ਦੇ ਕੰਨਾਂ ਨੇੜੇ ਆਉਂਦੀ ਹੈ। ਕਹਿੰਦੇ ਜਿਹਦੇ ਮਨੁੱਖ ਦੇ ਵਾਲ ਸਫੈਦ ਹੋਣੇ ਸ਼ੁਰੂ ਹੁੰਦੇ ਨੇ, ਜਿਹੜੇ ਕੰਨਾਂ ਲਾਗੇ ਸਭ ਤੋਂ ਪਹਿਲਾਂ ਸਫੈਦ ਹੁੰਦੇ ਨੇ, ਐਸਾ ਸੁਣਿਆ ਜਾਂਦਾ ਹੈ। ਕਹਿੰਦੇ ਉਹਦਾ ਮਤਲਬ ਹੈ ਕਿ ਕਾਲ ਤੇਰੇ ਨੇੜੇ ਹੋ ਕੇ ਤੇਰੇ ਵਾਲਾਂ ਦੇ ਕਾਲੇ ਰੰਗ ਨੂੰ ਉਤਾਰ ਕੇ ਤੇ ਚਿੱਟੇ ਦੀ ਦਸਤਕ ਦੇ ਰਿਹਾ ਕਿ ਮੌਤ ਦਾ ਚਿੱਟਾ ਦਿਨ ਚੜ੍ਹਨ ਵਾਲਾ ਹੈ। ਜੇ ਨਹੀਂ ਜਾਗਿਆ ਤਾਂ ਫਿਰ ਦਿਨ ਦੇ ਚੜ੍ਹਨ ਦੇ ਨਾਲ ਜਿਹੜੀ ਤੇਰੀ ਮੌਤ ਦੇ ਭੈ ਭੀਤ ਵਾਲੇ ਪਰੇਸ਼ਾਨੀ ਹੋਣੀ ਹੈ, ਉਹਦਾ ਜ਼ਿੰਮੇਵਾਰ ਤੂੰ ਆਪ ਹੋਏਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਗ। ਇਸ ਕਰਕੇ ਜਾਗਣਾ ਵੀ ਔਖਾ ਹੈ, ਕਿਉਂਕਿ ਜਾਗਣਾ ਦੁੱਖ ਪੈਦਾ ਕਰਦਾ ਹੈ। ਹੁਣ ਨੀਂਦ ਵਿੱਚ ਹਾਂ, ਨੀਂਦ ਚੰਗੀ ਲੱਗਦੀ, ਉਹਦੇ ਵਿੱਚ ਰਸ ਆਉਂਦਾ ਹੈ। ਅੰਮ੍ਰਿਤ ਵੇਲੇ ਦਾ ਜਾਗਣਾ ਹੀ ਕਈ ਵਾਰੀ ਔਖਾ ਲੱਗਦਾ ਬੰਦੇ ਨੂੰ, ਭਾਵੇਂ ਉਹ ਆਪਣੇ ਸ਼ੁਭ ਕਰਮਾਂ ਦੇ ਲਈ ਜਾਗ ਰਿਹਾ, ਗੁਰੂ ਕੀ ਕਾਰ ਕਮਾਉਣ ਦੇ ਲਈ ਜਾਗ ਰਿਹਾ, ਪਰ ਉਹ ਵੀ ਥੋੜ੍ਹਾ ਕਠਿਨ ਲੱਗਦਾ ਕਿਉਂਕਿ ਸਰੀਰ ਇੱਕਦਮ ਬਿਸਤਰ ਤਿਆਗਣਾ ਪੈਂਦਾ ਹੈ। ਤਾਂ ਜਿਹੜਾ ਇਸ ਤਰ੍ਹਾਂ ਦਾ ਤਿਆਗਣਾ ਹੈ ਕਿ ਦੁਨਿਆਵੀ ਮੋਹ, ਵਿਸ਼ਿਆਂ ਵਿਕਾਰਾਂ ਦਾ ਸਾਰਾ ਕੁਝ, ਪਦਾਰਥਾਂ ਦਾ ਮੋਹ, ਹੋਰ ਸਾਰੀ ਜੀਵਨ ਦੀ ਮਲੀਨਤਾ ਤਿਆਗਣੀ ਹੈ ਜਾਗ ਕੇ, ਉਹ ਔਖੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਕਬੀਰ ਸੋਤਾ ਕਿਆ ਕਰਹੇ ਜਾਗ ਰੋਏ। ਇਸ ਕਰਕੇ ਜਾਗ, ਅੱਗੇ ਉਹਨਾਂ ਸ਼ਬਦ ਵਰਤਿਆ ਰੋਏ। ਰੋਏ ਦਾ ਭਾਵ ਕਿ ਆਪਣੇ ਜੀਵਨ ਦੀ ਹਾਲਤ ਨੂੰ ਵਾਚ ਕੇ ਰੋ ਕਿ ਮੇਰਾ ਜੀਵਨ ਕਿੱਥੇ ਖੜਾ ਹੈ। ਜੀਵਨ ਦਾ ਹੁਣ ਅਸੀਂ ਜੇ ਬਾਣੀ ਵਿੱਚ ਇਹਦਾ ਹੋਰ ਵਿਸਥਾਰ ਪੜ੍ਹਨਾ ਹੋਵੇ, ਹੁਣ ਦਿਨ ਦੇ 4 ਪਹਿਰ ਨੇ, ਰਾਤ ਦੇ ਵੀ 4 ਪਹਿਰ ਨੇ, 8 ਪਹਿਰ, ਇੱਕ ਪੈਰ ਦੇ ਵਿੱਚ 3 ਘੰਟੇ। ਵੀ ਥੋੜ੍ਹੀਆਂ ਗੱਲਾਂ ਨੁਕਤਾਵਾਚੀ ਯਾਦ ਰੱਖਣ ਯੋਗ ਨੇ। ਅੱਜ ਪਤਾ ਹੀ ਨਹੀਂ ਹੈ ਕਿ ਪਹਿਰ ਕੀ ਹੈ, ਵਿਸੋਏ ਕੀ ਹੁੰਦੀਆਂ, ਝੱਸੇ ਕੀ ਹੁੰਦੇ ਨੇ, ਘੜੀਆਂ ਕੀ ਹੁੰਦੀਆਂ ਨੇ, ਪਲ ਕੀ ਹੁੰਦੇ ਨੇ, ਨਿਮਕ ਕੀ ਹੁੰਦੇ ਨੇ, ਪਤਾ ਹੀ ਨਹੀਂ ਬਹੁਤ ਲੋਕਾਂ ਨੂੰ। ਪਰ ਇਸੇ ਪ੍ਰਕਾਰ ਦਿਨ ਦੇ ਵਿੱਚ 8 ਪਹਿਰ ਨੇ, 8 ਪਹਿਰ ਦੇ ਵਿੱਚ ਇੱਕ ਪੈਰ 'ਚ 3 ਘੰਟੇ ਨੇ, ਤਾਂ 24 ਘੰਟਿਆਂ ਦਾ ਸਿਲਸਿਲਾ ਪੂਰਾ ਹੁੰਦਾ। ਹੁਣ ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਪਹਿਰਿਆਂ ਦੀ ਬਾਣੀ ਦੁਆਰਾ ਸਮਝਾਇਆ ਹੈ ਕਿ ਤੇਰੀ ਜ਼ਿੰਦਗੀ ਜਿਹੜੀ, ਤੇਰੀ ਜੀਵਨ ਦੇ ਰਾਤ ਵਾਲੇ 4 ਪਹਿਰ ਹਨ, ਇਹ ਕਿਵੇਂ ਖਤਮ ਹੋ ਰਹੇ ਨੇ। ਜਾਗ, ਹੁਣ ਜਦੋਂ ਜਾਗ ਸ਼ਬਦ ਆਇਆ ਉਹਦੀ ਵਿਸਥਾਰ ਰੱਖ ਰਿਹਾ। ਜਾਗ ਦੇ ਵਿੱਚ ਕੀ ਹੈ, ਪਹਿਲੇ ਪੈਰੈ ਰੈਣ ਕੈ ਵਣਜਾਰਿਆ ਮਿੱਤਰਾ ਹੁਕਮ ਪਾਇਆ ਗਰਭਾਸ, ਉਰਦਤਾ ਪੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਕਿ ਪਹਿਲਾ ਪੈਰ ਵਾਪਰਿਆ, ਗਰਭ ਮੰਡਲ ਦੇ ਵਿੱਚ ਆ ਟਿਕਿਆ। ਇਸੇ ਪ੍ਰਕਾਰ ਇਹਦੇ ਵਿੱਚ ਪਹਿਲਾ ਪੈਰ ਜ਼ਿੰਦਗੀ ਦਾ ਇਹ ਸਮਾਪਤ ਹੋ ਗਿਆ। ਕਹਿੰਦੇ ਦੂਜਾ ਪੈਰ ਦੇਖ, ਦੂਜਾ ਪੈਰੈ ਰੈਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਕਹਿੰਦੇ ਗਰਭ ਮੰਡਲ ਫਿਰ ਵੀ ਚੰਗਾ ਸੀ ਕਿ ਲਿਵ ਜੁੜੀ ਹੋਈ ਸੀ। ਦੁਨੀਆ ਦੇ ਵਿੱਚ ਆਇਆ ਹਾਂ ਤਾਂ ਜੀਵਨ ਦੇ ਜਿਸ ਮਨੋਰਥ ਨੂੰ ਧਿਆਨ ਦੇ ਵਿੱਚ ਰੱਖ ਕੇ ਕਮਾਉਣਾ ਸੀ ਉਹ ਵਿਸਰ ਗਿਆ। ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸੋਦਾ ਕਰ ਕਾਨ। ਜਿਵੇਂ ਮਾਤਾ ਯਸ਼ੋਦਾ ਦੇ ਘਰ ਕ੍ਰਿਸ਼ਨ ਨੂੰ ਨਚਾਇਆ ਜਾਂਦਾ ਹੱਥਾਂ ਉੱਪਰ ਚੁੱਕ ਕੇ, ਕਹਿੰਦੇ ਉਵੇਂ ਤੈਨੂੰ ਮੇਰਾ ਮੇਰਾ ਕਹਿ ਕੇ ਨਚਾ ਰਹੇ ਹਨ। ਇਹ ਦੂਜਾ ਪੈਰ ਕਹਿੰਦੇ ਇਸ ਤਰ੍ਹਾਂ ਮੋਹ ਦੇ ਵਿੱਚ, ਗਫਲਤ ਵਿੱਚ ਬਤੀਤ ਹੋਇਆ। ਤੀਜਾ ਪੈਰੈ ਰੈਣ ਕੈ ਵਣਜਾਰਿਆ ਮਿੱਤਰਾ ਧਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨ ਚਿੱਤ ਹੀ ਵਣਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ। ਕਹਿੰਦੇ ਤੀਜਾ ਪੈਰ ਕੀ, ਧਨ ਦੇ ਨਾਲ ਪਿਆ, ਜੋਬਨ ਦੇ ਨਾਲ ਪਿਆ, ਪਦਾਰਥਾਂ ਦੇ ਨਾਲ ਸੰਬੰਧ ਬਣ ਗਏ ਅਤੇ ਹੋਰ ਅਸਲੀਅਤ ਨੂੰ ਵਿਸਾਰ ਦਿੱਤਾ। ਕਹਿੰਦੇ ਇਸੇ ਪ੍ਰਕਾਰ ਇੱਥੇ ਆ ਕੇ 3 ਪੈਰਾਂ ਵਿੱਚ ਨਹੀਂ ਜਾਗਿਆ। ਅਤੇ ਹੁਣ ਚੌਥਾ ਪੈਰ ਕੀ ਹੈ, ਚੌਥਾ ਪੈਰੈ ਰੈਣ ਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ, ਜਾਂ ਜਾਂ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ। ਕਹਿੰਦੇ ਪਹਿਲਾਂ ਸਾਰੀਆਂ ਖਬਰਾਂ ਦਿੰਦਾ ਸੀ ਪਰਿਵਾਰ ਨੂੰ, ਨਿੱਕੀ ਤੋਂ ਨਿੱਕੀ ਗੱਲ,
ਪਰ ਜਦੋਂ ਹੁਣ ਜੰਮ ਰੂਪ ਆਪਣੇ ਅਵਗੁਣਾਂ ਦਾ ਮਾਨਸਿਕ ਬੋਝ ਬਣਿਆ ਹੈ ਅਤੇ ਅੰਤਮ ਸਮਾਂ ਭੈ ਭੀਤ ਸਥਿਤੀ ਵਾਲਾ ਹੈ, ਕਹਿੰਦੇ ਇੱਕ ਵਾਕ ਵੀ ਕਿਸੇ ਨੂੰ ਨਹੀਂ ਕਹਿ ਸਕਦੇ। ਇਹਦਾ ਮਤਲਬ ਸਾਰੀ ਜੀਵਨ ਗਫਲਤ ਦੇ ਵਿੱਚ ਬਤੀਤ ਹੋ ਗਈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਗ। ਆ ਜਿਤਨੇ ਆਪ ਜੀ ਸਤ ਸੰਗਤ ਰੂਪ ਵਿੱਚ ਜੁੜ ਬੈਠੇ ਹੋ, ਪਤਾ ਨਹੀਂ ਗਿਆਨ ਦੇ ਨੁਕਤੇ ਤੋਂ ਆਪ ਜੀ ਕਿੰਨੇ ਜਾਗੇ ਹੋ ਜਾਂ ਕਿੰਨੀ ਜਾਗਣ ਦੀ ਸੁੱਧ ਹੈ, ਪਰ ਇੰਨਾ ਕਿਹਾ ਜਾ ਸਕਦਾ ਕਿ ਜਾਗ ਦਾ ਕੁਝ ਤਾਂ ਅਰਥ ਪਤਾ ਹੈ, ਤਾਂ ਹੀ ਗੁਰੂ ਦੁਆਰ 'ਤੇ ਆ ਕੇ ਬੰਦਾ ਜੁੜ ਬੈਠਾ ਹੈ। ਇਸੇ ਕਰਕੇ ਭਗਤ ਬਾਣੀ 'ਚ ਇੱਕ ਹੋਰ ਵੀ ਬਾਣੀ ਦਾ ਵਾਕ ਹੁੰਦਾ, ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ, ਕਿ ਸਾਨੂੰ ਗੁਰੂ ਸਾਹਿਬ ਜੀ ਨੇ ਵਣਜਾਰੇ ਦੀ ਨਿਆਈ ਸਮਝਾਇਆ ਕਿ ਅਸੀਂ ਕਿਵੇਂ ਇਸ ਜਗਤ ਵਿੱਚ ਵਣਜਾਰੇ ਹਾਂ। ਤਾਂ ਇਸੇ ਪ੍ਰਕਾਰ ਹੁਣ ਖਾਲੀ ਕਾਸਾ ਮਿਲਿਆ ਸੀ ਜਦੋਂ ਜੀਵਨ ਦਾ ਆਰੰਭ ਹੋਇਆ, ਪਰ ਉਸ ਖਾਲੀ ਕਾਸੇ ਦੇ ਵਿੱਚ ਉੱਤਮ ਚੀਜ਼ਾਂ ਭਰਨ ਦੇ ਲਈ ਬੁੱਧ ਮਿਲੀ ਸੀ ਕਿ ਪਹਿਲਾਂ ਉਸ ਬੁੱਧ ਨੂੰ ਗੁਰੂ ਸ਼ਬਦ ਦੇ ਉਪਦੇਸ਼ ਦੇ ਨਾਲ ਚੰਗੀ ਤਰ੍ਹਾਂ ਸਵਾਰ ਲੈ, ਸ਼ਿੰਗਾਰ ਲੈ। ਫਿਰ ਜਦੋਂ ਚੰਗੀ ਬੁੱਧ ਹੋਏਗੀ ਤੇ ਫਿਰ ਆਪਣੇ ਜੀਵਨ ਦੇ ਕਾਸੇ ਵਿੱਚ ਗੁਣ ਭਰਦਾ ਜਾਈ। ਉਹ ਗੁਣ ਧਰਮ ਦੇ 10 ਗੁਣ ਹੁੰਦੇ ਨੇ, ਦਇਆ, ਖਿਮਾ, ਸਹਿਣਸ਼ੀਲਤਾ, ਭਗਤੀ, ਸੇਵਾ, ਆਤਮ ਚਿੰਤਨ, ਪਰਉਪਕਾਰ। ਇਹਨਾਂ ਸ਼ੁਭ ਗੁਣਾਂ ਦੇ ਨਾਲ ਆਪਣੇ ਜੀਵਨ ਨੂੰ ਕਰਦਾ ਜਾਈ ਅਤੇ ਤੇਰਾ ਜਿਹੜਾ ਜੀਵਨ ਹੈ ਉਹ ਨਿਰਭਾਰ ਰਹੇਗਾ। ਹੁਣ ਅਸਲ 'ਚ ਸਮੱਸਿਆ ਸਾਡੀ ਇਹ ਹੈ ਕਿ ਉਂਝ ਅਸੀਂ ਸਰੀਰਕ ਰੂਪ ਦੇ ਵਿੱਚ ਭਾਰ ਚੁੱਕਿਆ ਹੋਵੇ ਨਾ, ਉਹ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ। ਬੰਦਾ 5 ਕਿਲੋ ਵੀ ਚੁੱਕਿਆ ਹੋਵੇ ਤਾਂ ਉਹ ਪਤਾ ਲੱਗ ਜਾਂਦਾ, ਪਰ ਜਿਹੜਾ ਅਵਗੁਣ ਦਾ ਭਾਰ ਆਪਣੇ ਮਾਨਸਿਕ ਸੱਤਾ 'ਤੇ ਚੁੱਕਿਆ ਹੋਇਆ ਤਲ 'ਤੇ, ਉਹਦਾ ਮਨੁੱਖ ਨੂੰ ਭਾਰ ਮਹਿਸੂਸ ਹੁੰਦਾ ਹੀ ਨਹੀਂ ਹੈ। ਮਤਲਬ ਅੱਜ ਇੱਕ ਦੇ ਅਵਗੁਣ ਤੋਂ ਜਾਣੂ ਹੈ, ਰੋਜ਼ ਨਿੰਦਿਆ ਦੀ ਮਹਿਫਲ ਵਿੱਚ ਬਹਿ ਕੇ ਸਾਰੇ ਨਗਰ ਦੇ ਅਵਗੁਣ ਆਪਣੇ ਪੱਲੇ ਬੰਨ੍ਹ ਲਏ ਨੇ, ਅਤੇ ਇਹਨੂੰ ਆਪਣੀ ਬੜੀ ਪ੍ਰਸਿੱਧੀ ਮੰਨ ਰਿਹਾ ਕਿ ਮੈਨੂੰ ਸਾਰੇ ਨਗਰ ਦੀਆਂ ਜਿਹੜੀਆਂ ਦੂਜੀਆਂ ਗੱਲਾਂ ਪਤਾ ਨੇ ਅਵਗੁਣ ਵਾਲੀਆਂ। ਇਸ ਅਵਗੁਣਾਂ ਦਾ ਨੂੰ ਭਾਰ ਹੀ ਨਹੀਂ ਲੱਗਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸੂਤਾ ਕਿਆ ਕਰੇ ਜਾਗ ਰੋਏ, ਕਹਿੰਦੇ ਇਸ ਕਰਕੇ ਤੇਰਾ ਹੁਣ ਜਾਗਣਾ, ਇਸ ਕਰਕੇ ਜਾਗਣਾ ਰੋਣਾ ਹੀ ਹੁੰਦਾ ਹੈ। ਜਦੋਂ ਬੰਦਾ ਜਾਗਦਾ ਹੈ, ਜਿਵੇਂ ਬੱਚੇ ਨੂੰ ਵੀ ਉਠਾਈਏ ਤਾਂ ਰੋਂਦਾ, ਕਾਹਦੇ ਕਰਕੇ ਕਿ ਉਹਦੇ ਕੋਲ ਸੁੱਖ ਛਡਾ ਦਿੱਤਾ ਸੌਣ ਦਾ। ਇਸੇ ਪ੍ਰਕਾਰ ਜਦੋਂ ਮਾਇਆ ਦੀ ਗਫਲਤ ਗੁਰੂ ਸ਼ਬਦ ਦੇ ਉਪਦੇਸ਼ ਨਾਲ ਟੁੱਟਦੀ ਹੈ, ਉਦੋਂ ਰੋਣਾ ਹੀ ਹੁੰਦਾ, ਕਿਉਂਕਿ ਉਹ ਬੰਦਾ ਦੇਖ ਰਿਹਾ ਹੁੰਦਾ ਕਿ ਜੀਵਨ ਤਾਂ ਕਿੰਨਾ ਹੀ ਵਹਿ ਗਿਆ। ਬਾਬਾ ਫਰੀਦ ਸਾਹਿਬ ਜੀ ਦੇ ਨਾ ਬੜੇ ਕਮਾਲ ਦੇ ਵਾਕ ਨੇ। ਉਹ ਕਹਿੰਦੇ ਕਿ ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਅਤੇ ਕਹਿੰਦੇ ਉਹ ਨਦੀ ਪਾਰ ਕਰ ਰਹੇ ਸਨ, ਜਿਹੜੇ ਸ਼ੈਲ ਮਤਲਬ ਨੌਜਵਾਨ ਸਨ, ਉਹ ਬੜੀ ਕਾਹਲੀ ਦੇ ਨਾਲ ਦਰਿਆ ਪਾਰ ਕਰ ਗਏ, ਨਦੀ ਪਾਰ ਕਰ ਗਏ। ਅਤੇ ਕਹਿੰਦੇ ਜਿਹੜੇ ਹੋਰ ਬਜ਼ੁਰਗ ਹੋ ਗਏ ਸਨ ਅਤੇ ਉਹ ਦੇਖ ਰਹੇ ਸਨ ਕਿ ਇਹਨਾਂ ਦੇ ਵਿੱਚ ਬਲ ਹੈ ਅਤੇ ਇਹ ਬੜੀ ਛੇਤੀ ਲੰਘ ਗਏ ਨੇ। ਆਪਣੇ ਮਨ 'ਚ ਵਿਚਾਰ ਰਹੇ ਨੇ ਕਿ ਜੇ ਸਾਡੇ ਵਿੱਚ ਵੀ ਇੰਨਾ ਬਲ ਹੁੰਦਾ ਤਾਂ ਅਸੀਂ ਵੀ ਇੰਨਾ ਵਾਂਗ ਲੱਗ ਜਾਂਦੇ। ਮਤਲਬ ਜੇ ਸਾਡੇ ਕੋਲ ਵੀ ਸ਼ੁਭ ਗੁਣਾਂ ਦੀ, ਪ੍ਰਭੂ ਬੰਦਗੀ ਦਾ ਸਾਚਾ ਧਨ ਹੁੰਦਾ ਤਾਂ ਬੜੇ ਆਰਾਮ ਦੇ ਨਾਲ ਇਸ ਜਗਤ ਵਿੱਚੋਂ ਲੰਘ ਜਾਂਦੇ। ਪਰ ਹੁਣ ਅਵਗੁਣ ਪੱਲੇ ਬੰਨ੍ਹ ਲਏ ਨੇ ਅਤੇ ਅਵਗੁਣਾਂ ਦਾ ਬੋਝ ਇੰਨਾ ਹੈ। ਫਿਰ ਹੁਣ ਤਾਂ ਹੀ ਹੈ, ਹੁਣ ਦੇਖੋ ਜੀਵਨ ਦੇ ਵਿੱਚ ਮੰਨ ਲਓ ਬੱਚਾ ਗੁਰੂ ਘਰ ਨਹੀਂ ਆ ਰਿਹਾ, ਇਹਦਾ ਕਾਰਨ ਹੋ ਸਕਦਾ ਹੈ ਜੀ ਉਹਨੂੰ ਕਥਾ ਕੀਰਤਨ ਨਹੀਂ ਸਮਝ ਪੈਂਦਾ, ਜਾਂ ਉਹ ਅਜੇ ਬਚਪਨ ਦੇ ਰੰਗ ਮਾਰਨਾ ਚਾਹੁੰਦਾ ਹੈ। ਜਵਾਨ ਇਸ ਕਰਕੇ ਨਹੀਂ ਆ ਰਿਹਾ ਜੀ ਉਹਨੂੰ ਵਿਸ਼ਿਆਂ ਵਿਕਾਰਾਂ ਦੀ ਥੋੜ੍ਹੀ ਲੱਗੀ ਹੋਈ ਹੈ ਦੌੜ, ਉਹ ਜਵਾਨੀ ਦੇ ਜੋਸ਼ ਕਰਕੇ ਉਹ ਪੂਰੇ ਕਰਨੇ ਚਾਹੁੰਦਾ ਹੈ। ਗ੍ਰਸਤ ਵਾਲਾ ਬੰਦਾ ਕਹੇਗਾ ਜੀ ਮੇਰੀ ਤਾਂ ਪਰਿਵਾਰਕ ਜ਼ਿੰਮੇਵਾਰੀਆਂ, ਮੈਂ ਤਾਂ ਨਹੀਂ ਆ ਸਕਦਾ। ਬੁਢਾਪੇ ਵਾਲੇ ਕੋ ਕੀ ਕਾਰਨ ਹੈ, ਉਹ ਦੱਸੇ ਤਾਂ ਸਹੀ ਵੀ ਮੈਂ ਕਿਉਂ ਨਹੀਂ ਆ ਰਿਹਾ। ਇਹਦਾ ਮਤਲਬ ਹੈ ਉਹੀ ਕਾਰਨ ਹੈ ਕਿ ਮਨੁੱਖ ਹੁਣ ਕੀ ਹੈ, ਹੁਣ ਜੇ ਆਉਂਦਾ ਹੈ ਗੁਰੂ ਘਰ, ਉਹਦਾ ਆਉਣਾ ਬੜਾ ਔਖਾ ਹੈ। ਕਿਉਂਕਿ ਉਹਨੇ ਸਾਰਾ ਜੀਵਨ ਤਾਂ ਔਗਣਾ ਵਾਲਾ ਕਮਾਇਆ ਹੈ, ਹਿਰਦਾ ਮਲੀਨ ਹੋਇਆ ਪਿਆ, ਬੁੱਧੀ ਮਲੀਨ ਹੋਈ ਪਈ ਹੈ। ਅਤੇ ਗੁਰੂ ਦੇ ਸ਼ਬਦ ਵਿੱਚ ਜਦੋਂ ਸੱਚ ਦੀ ਗੱਲ ਹੋਣੀ ਹੈ, ਉਸ ਮਲੀਨਤਾ ਕੋਲੋਂ ਸੁਣਿਆ ਨਹੀਂ ਜਾਣਾ। ਉਹ ਜਾਂ ਤਾਂ ਵਿਚਾਰਾ ਉਦਾਸ ਹੋ ਜਾਊਗਾ ਜਾਂ ਫਿਰ ਵਿੱਚੋਂ ਉੱਠ ਕੇ ਚੱਲ ਜੂਗਾ। ਗੁਰਬਾਣੀ 'ਚ ਵਾਕ ਆਉਂਦਾ ਨਾ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਜਦੋਂ ਵਾਸਨਾ ਦੀ ਗੱਲ ਹੋਏਗੀ ਫਿਰ ਉਹਨੂੰ ਲੱਗੇਗਾ ਕਿ ਮੈਨੂੰ ਹੀ ਕਹਿ ਰਹੇ ਨੇ, ਫਿਰ ਉਹ ਵਿਚਾਰਾ ਉਦਾਸ ਹੋ ਜਾਂਦਾ ਹੈ। ਇਸ ਕਰਕੇ ਅਵਗੁਣਾਂ ਦੀ ਜਿਹੜੀ ਗੰਠੜੀ ਹੈ ਉਹ ਸਾਨੂੰ ਜੀਵਨ ਦੇ ਕਿਸੇ ਮੁਕਾਮ 'ਤੇ ਵੀ ਪੂਰਾ ਨਹੀਂ ਪੈਣ ਦਿੰਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਗ ਰੋਏ, ਇਸ ਕਰਕੇ ਰੋਣਾ ਹੀ ਬਣਦਾ ਹੈ ਕਿ ਇੰਨਾ ਜੀਵਨ ਗਫਲਤ ਦੇ ਵਿੱਚ ਹੀ ਬਤੀਤ ਹੋ ਗਿਆ। ਅੱਗੇ ਕਹਿੰਦੇ ਹਨ ਭੈ ਦੁੱਖ, ਇਸ ਗੱਲ ਨੂੰ ਭੈ ਮਤਲਬ ਇਹਦਾ ਡਰ ਵੀ ਬਣਾ ਅਤੇ ਇਸ ਡਰ ਦਾ ਨੇਮ ਵੀ ਪੈਦਾ ਕਰ। ਮਤਲਬ ਜਿਵੇਂ ਡਰ ਅਤੇ ਨੇਮ ਇਕੱਠੇ ਕਿਵੇਂ ਚੱਲਦੇ ਨੇ, ਵੀ ਆਪਦੇ ਸਨਮੁਖ ਰੱਖਦੇ ਹਾਂ। ਹੁਣ ਇੱਕ ਵਿਦਿਆਰਥੀ ਆਪਣੀ ਵਿੱਦਿਆ ਆਰੰਭ ਕਰਦਾ, ਉਹਨੂੰ ਪਤਾ 1 ਸਾਲ ਦਾ ਸਮਾਂ ਹੈ। ਉਹ ਥੋੜ੍ਹਾ ਉਹਦੇ ਅੰਦਰ ਅਵੇਸਲਾਪਣ ਹੁੰਦਾ ਕਿ ਕੋਈ ਨਾ, ਜੇ ਬੜਾ ਸਮਾਂ ਹੈ, ਸਾਲ ਪੂਰਾ ਹੈ ਸਾਡੇ ਕੋਲ। ਪਰ ਜਿੱਦਣ ਉਹਦੀ ਪ੍ਰੀਖਿਆ ਦੀ ਜਿਹੜੀ ਡੇਟ ਹੈ ਨਿਸ਼ਚਿਤ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਹੈ, ਫਿਰ ਉਸ ਦਿਨ ਤੋਂ ਥੋੜ੍ਹਾ ਹੋਰ ਧਿਆਨ ਉੱਧਰ ਦੇਣ ਲੱਗ ਪੈਂਦਾ। ਜਦੋਂ ਨੇੜੇ ਆਉਂਦਾ ਬਿਲਕੁਲ ਜੁੜ ਜਾਂਦਾ, ਬਾਕੀ ਸਾਰਾ ਕੁਝ
ਛੱਡ ਦਿੰਦਾ ਹੈ। ਅਤੇ ਸਾਨੂੰ ਤਾਂ ਗੁਰੂ ਸਾਹਿਬ ਜੀ ਨੇ ਇਹ ਸਮਝਾਇਆ ਕਿ ਪਤਾ ਨਹੀਂ ਅੱਜ ਕਿ ਕੱਲ੍ਹ ਇਹ ਜਿਹੜਾ ਕੱਚ ਦਾ ਭਾਂਡਾ ਹੈ ਫੁੱਟ ਜਾਣਾ ਹੈ, ਇਸ ਕਰਕੇ ਇਹਦਾ ਵਸਾਹ ਕਿਉਂ। ਇਸ ਕਰਕੇ ਭਗਤ ਕਬੀਰ ਹੁਣ ਜਿਵੇਂ ਜਾਗ ਦੀ ਗੱਲ ਆਈ ਤਾਂ ਹੁਣ ਭਗਤ ਰਵਿਦਾਸ ਜੀ ਦੇ ਵਾਕ ਹਨ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰਨਾਈ। ਬੰਦਾ ਜਦੋਂ ਜੀਵਨ ਦੀ ਗਿਣਤੀ ਕਰਾਉਂਦਾ ਨਾ, ਬਾਹਰੀ ਗਿਣਤੀ ਕਰਾਉਂਦਾ ਹੈ। ਬਾਹਰੀ ਗਿਣਤੀ ਦਾ ਮਤਲਬ ਜੀ ਗਰਮੀ ਲੰਘ ਗਈ, ਸਰਦੀ ਆ ਗਈ, ਸਰਦੀ ਲੰਘ ਜਾਏਗੀ, ਅੱਗੇ ਪਤਝੜ ਆ ਜਾਏਗੀ। ਰੁੱਤਾਂ ਦੀ ਗਿਣਤੀ ਇੰਝ ਕਰਾਉਂਦਾ ਹੈ। ਦਿਨਾਂ ਦੀ ਗਿਣਤੀ ਕਰਾਉਂਦਾ ਜੀ ਪਿਛਲੇ ਸਾਲ ਆਹ ਸੰਨ ਸੀ, ਅੱਜ ਇਸ ਵਾਰੀ। ਹਫ਼ਤੇ ਦੀ ਗਿਣਤੀ ਕਰਾਉਂਦਾ, ਕੱਲ੍ਹ ਆਹ ਵਾਰ ਸੀ। ਆਪਣੇ ਜੀਵਨ ਦੀ ਗਿਣਤੀ ਆ ਰਹੀ ਨਹੀਂ ਕਿ ਜਿਹੜੇ ਸਵਾਸਾਂ ਦੀ ਔਧ ਹੈ ਉਹ ਕੱਲ੍ਹ ਕਿੰਨੀ ਸੀ ਅਤੇ ਅੱਜ ਕਿੰਨੀ ਰਹਿ ਗਈ ਹੈ। ਇਸ ਕਰਕੇ ਜਾਗਣ ਦਾ ਅਰਥ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਵੀ ਦੱਸਿਆ ਹੈ, ਚੇਤਨਾ ਹੈ ਤਉ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਅੱਜ ਹੀ, ਕੱਲ੍ਹ ਨਹੀਂ। ਇਹ ਨਹੀਂ ਕਿ ਅੱਜ ਕਥਾ ਦੀ ਗੱਲ ਸੁਣ ਲਈ ਅਤੇ ਕਹਾਂਗੇ ਕੋਈ ਨਾ ਅਗਲੇ ਸਾਲ ਦੇ ਵਿੱਚ ਬਣਾਵਾਂਗੇ। ਕਹਿੰਦੇ ਨਿਸ ਦਿਨ ਮੈਂ ਪ੍ਰਾਨੀ, ਜਾਂ ਭਗਤ ਕੋ ਇਸੇ ਪ੍ਰਕਾਰ ਵਾਕ ਹੈ, ਇਹੀ ਤੇਰੀ ਅਵਸਰ ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਗ ਰੋਏ ਪੈ ਦੁੱਖ। ਇਸ ਕਰਕੇ ਤੈਨੂੰ ਇਸ ਗਫਲਤ ਦੀ ਨੀਂਦ ਨਾਲੋਂ ਕੋਈ ਨੇਮ ਅਤੇ ਡਰ ਇਕੱਠਾ ਧਾਰਨ ਕਰਨਾ ਚਾਹੀਦਾ। ਵੀ ਗੁਰਬਾਣੀ 'ਚ ਵਾਕ ਆਉਂਦਾ ਨਾ, ਤੇਰਾ 100 ਦਿਨ ਨੇੜਾ ਆਏ ਹੋਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਚੱਲ ਮੰਨ ਲਿਆ ਕਿ ਜ਼ਿੰਦਗੀ ਦੀਆਂ 3 ਅਵਸਥਾ ਸੰਸਾਰ ਨੂੰ ਦੇ ਦਿੱਤੀਆਂ। ਜਿਸ ਨਿਰੰਕਾਰ ਨੇ ਸਾਰਾ ਜੀਵਨ ਸਿਰਜਿਆ ਉਹਨੂੰ ਕਿਹੜੀ ਅਵਸਥਾ ਦੇ ਰਹੇ ਆ। ਉਹ ਇੱਕ ਸਾਡਾ ਕਮਾਲ ਕਿੱਡਾ ਵੱਡਾ ਹੈ ਬੰਦੇ ਦਾ। ਦੇਖਣ ਵਾਲੀ ਗੱਲ ਹੈ ਕਿ ਬਚਪਨ ਵੀ ਨਹੀਂ ਦਿੱਤਾ ਜਿਹੜਾ ਨਿਰੰਕਾਰ ਦੀ ਤਰਫ। ਜਵਾਨੀ ਜਿਹੜੀ ਪੂਰੀ ਸਮਰੱਥਾ ਦੇ ਨਾਲ ਭਰੀ ਸੀ, ਜਿਹਦੇ ਵਿੱਚ ਬੁੱਧੀ ਵੀ ਕੰਮ ਕਰਦੀ ਸੀ, ਉਹ ਵੀ ਨਹੀਂ ਦਿੱਤੀ। ਗ੍ਰਸਤ ਵਾਲਾ ਜਿਹੜਾ ਸੀਰੀਅਸਨੈਸ ਸੀ ਉਹ ਵੀ ਨਹੀਂ ਦਿੱਤੀ। ਹੁਣ ਸੜੀ ਜਿਹੜੀ ਅਵਸਥਾ ਉਹ ਦੇ ਰਿਹਾ ਗੁਰੂ ਘਰ ਨੂੰ ਕਿ ਮੈਨੂੰ ਰੱਖ ਲਓ, ਮੈਂ ਬੁੱਢਾ ਹੋ ਗਿਆ ਹੁਣ। ਇਸ ਅਵਸਥਾ ਦਾ ਕੀ ਕਰੇ ਬੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਗ ਰੋਏ ਪੈ ਦੁੱਖ। ਇਸ ਕਰਕੇ ਰੋਣਾ ਹੀ ਬਣਦਾ ਹੈ। ਜਾ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁੱਖ। ਕਹਿੰਦੇ ਜਿਹੜੇ ਗੋਰ ਮੜੀ ਕਬਰ 'ਚ ਪਏ ਨੇ ਉਹਨਾਂ ਦਾ ਸੌਣਾ ਸੁਖੀ ਕਿਵੇਂ ਹੋ ਸਕਦਾ। ਮਤਲਬ ਜਿਨ੍ਹਾਂ ਨੂੰ ਆਪਣੇ ਜੀਵਨ ਦੀ ਅਸਲ ਅਰਥ ਦੀ ਸੋਝੀ ਹੈ ਉਹ ਸੁਖੀ ਕਿਵੇਂ ਸੌਂ ਸਕਦੇ ਹਨ। ਉਹਨਾਂ ਤੋਂ ਪਤਾ ਲੱਗਦਾ ਕਿ ਅੱਜ ਦਿਨ ਬੀਤ ਗਿਆ, ਜੀਵਨ ਦੀ ਕਿੰਨੀ ਔਧ ਐਂ ਹੀ ਚਲੀ ਗਈ। ਇਸ ਕਰਕੇ ਸੰਭਾਲਦੇ ਹਨ। ਇੱਕ ਨਾ ਪ੍ਰਮਾਣ ਆਪਦੇ ਸਨਮੁਖ ਰੱਖਾਂ। ਅਲ ਗਜ਼ਾਲੀ ਸਾਹਿਬ ਦੀ ਇੱਕ ਪੁਸਤਕ ਹੈ, ਉਹਦੇ ਵਿੱਚ ਉਹਨਾਂ ਨੇ ਬੰਦੇ ਦੀ ਹਾਲਤ ਦੱਸੀ ਹੈ। ਬੜੀ ਸਰਲ ਗੱਲ ਹੈ ਤਾਂ ਰੱਖ ਰਿਹਾ। ਉਹਨਾਂ ਨੇ ਇੱਕ ਸਭ ਤੋਂ ਪਹਿਲਾਂ ਕਹਾਣੀ ਉਹਦੇ ਵਿੱਚ ਦੱਸਦੇ ਨੇ। ਉਹ ਕਹਿੰਦੇ ਕਿ ਕੋਈ ਬੰਦਾ ਇੱਕ ਜੰਗਲ ਦੇ ਵਿੱਚ ਪ੍ਰਵੇਸ਼ ਕਰ ਗਿਆ। ਉੱਥੇ ਬੜੇ ਆਰਾਮ ਦੇ ਨਾਲ ਘੁੰਮ ਰਿਹਾ ਸੀ, ਕੋਈ ਫਿਕਰ ਨਹੀਂ ਸੀ। ਅਚਾਨਕ ਕਿਸੇ ਤਰਫ ਇੱਕ ਸ਼ੇਰ ਆ ਨਿਕਲਿਆ। ਜਦੋਂ ਸ਼ੇਰ ਦੀ ਗਰਜਣਾ ਸੁਣੀ, ਸ਼ੇਰ ਉਹਦੇ ਵੱਲ ਭੱਜਣ ਲੱਗ ਪਿਆ। ਉਹ ਮਨੁੱਖ ਭੱਜਦਾ ਗਿਆ ਵੀ ਬਚ ਜਾਂ, ਬਹੁਤ ਤੇਜ਼ ਦੌੜ ਲਗਾਈ। ਅੱਗੇ ਜਾ ਕੇ ਦੇਖਿਆ ਇੱਕ ਖੂਹ ਹੈ। ਖੂਹ ਦੇ ਵਿੱਚ ਛਾਲ ਮਾਰ ਦਿੱਤੀ। ਦੇਖਿਆ ਕਿ ਉੱਪਰ ਇੱਕ ਰੱਸੀ ਲਮਕ ਰਹੀ ਹੈ। ਉਸ ਰੱਸੀ ਦੇ ਸਹਾਰੇ ਲਟਕ ਗਿਆ। ਆਪਣੇ ਆਪ ਨੂੰ ਸੁਖੀ ਸਮਝਣ ਲੱਗ ਪਿਆ, ਚਲੋ ਸ਼ੇਰ ਤੋਂ ਬਚ ਗਏ। ਅਜੇ ਇੰਨਾ ਕਹਿ ਕੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਆਰਾਮਦਾਇਕ ਮਹਿਸੂਸ ਹੀ ਕੀਤਾ ਹੈ ਕਿ ਹੁਣ ਸ਼ੇਰ ਤਾਂ ਖੂਹ 'ਚ ਛਾਲ ਮਾਰੇਗਾ ਨਹੀਂ, ਕਿਉਂਕਿ ਸ਼ੇਰ ਨੇ ਆਪ ਮਰ ਜਾਣਾ ਹੈ। ਇਸ ਕਰਕੇ ਆਰਾਮ ਦੇ ਨਾਲ ਬੈਠ ਗਿਆ ਵੀ ਨਹੀਂ, ਸਾਡੀ ਸ਼ੇਰ ਤੋਂ ਜਾਨ ਬਚ ਗਈ। ਅਜੇ ਇੰਨਾ ਫਰੀ ਹੋ ਕੇ ਬੈਠਾ ਹੈ। ਥੋੜ੍ਹੇ ਸਮੇਂ ਨੂੰ ਦੇਖਦਾ ਕਿ ਜਿਹੜਾ ਖੂਹ ਦਾ ਕੰਢਾ ਹੈ ਉਹਦੇ 'ਤੇ ਬੜਾ ਵੱਡਾ ਜਿਹੜਾ ਇੱਕ ਅਜਗਰ ਹੈ ਉਹ ਉਹਦੇ ਵੱਲ ਫੁੰਕਾਰੇ ਮਾਰ ਰਿਹਾ ਅਤੇ ਹੌਲੀ ਹੌਲੀ ਕਦਮ ਕਰਕੇ ਵੱਧ ਰਿਹਾ ਹੈ। ਅਤੇ ਉਹਨੇ ਆਪਣਾ ਪਿਛਲਾ ਹਿੱਸਾ ਧੜ ਦਾ ਕਿਤੇ ਟਿਕਾਇਆ ਹੋਇਆ ਅਤੇ ਉਹਨੂੰ ਗ੍ਰਸਤਣਾ ਚਾਹੁੰਦਾ ਹੈ। ਇਹ ਗੱਲ ਦੇਖ ਕੇ ਉਹਨੂੰ ਚਿੰਤਾ ਪੈਦਾ ਹੋਈ। ਅੱਖਾਂ ਮੀਟ ਲਈਆਂ ਉਹਦੇ ਤੋਂ ਕਿ ਮੇਰੇ ਨੇੜੇ ਨਾ ਆਵੇ। ਫਿਰ ਇੰਨੇ ਚਿਰ ਨੂੰ ਜਿਸ ਰੱਸੇ ਨੂੰ ਪਕੜ ਕੇ ਖੂਹ ਵਿੱਚ ਲਮਕਿਆ ਸੀ ਉਹਦੇ ਉੱਪਰ ਦੇਖਿਆ ਕਿ 2 ਚੂਹੇ ਚਿੱਟਾ ਅਤੇ ਕਾਲਾ ਉਹਨੂੰ ਲਗਾਤਾਰ ਕੱਟ ਰਹੇ ਨੇ, ਮਤਲਬ ਖੂਹ ਦੇ ਵਿੱਚ ਡਿੱਗ ਪਏਗਾ। ਇਸ ਗੱਲ ਦੀ ਚਿੰਤਾ ਪੈਦਾ ਹੋਈ। ਬੜਾ ਡਰ ਗਿਆ, ਬੜਾ ਘਬਰਾ ਗਿਆ। ਇੰਨੇ ਚਿਰ ਨੂੰ ਆਪਣੇ ਸਾਹਮਣੇ ਦੇਖਦਾ ਕਿ ਸ਼ਹਿਦ ਦਾ ਛੱਤਾ ਲੱਗਾ ਹੋਇਆ ਹੈ। ਉਹਦੇ ਤੋਂ ਸ਼ਹਿਦ ਬੂੰਦਾਂ ਕਰਕੇ ਟਪਕ ਰਿਹਾ ਹੈ। ਇੱਕ ਹੱਥ ਨਾਲ ਰੱਸਾ ਪਕੜ ਕੇ ਅਤੇ ਆਪਣੀ ਉਂਗਲਾਂ ਦੇ ਨਾਲ ਸ਼ਹਿਦ ਉਤਾਰ ਕੇ ਅਤੇ ਜ਼ੁਬਾਨ ਦੇ ਉੱਪਰ ਚੱਟਦਾ ਹੈ ਅਤੇ ਫਿਰ ਕਹਿੰਦਾ ਬੜਾ ਆਨੰਦ ਆ ਰਿਹਾ, ਬੜਾ ਆਨੰਦ ਆ ਰਿਹਾ। ਤਾਂ ਇਸੇ ਪ੍ਰਕਾਰ ਇਹ ਕਹਾਣੀ ਸੁਣਾਈ। ਤਾਂ ਹੁਣ ਅਲ ਗਜ਼ਾਲੀ ਸਾਹਿਬ ਨੇ ਇਹਦਾ ਅਰਥ ਸਮਝਾਇਆ। ਉਹ ਕਹਿੰਦੇ ਜਿਹੜਾ ਅਸਲ 'ਚ ਜੰਗਲ ਹੈ ਨਾ, ਉਹ ਇਸ ਪ੍ਰਕਾਰ ਜੀਵਨ ਸਾਰਾ। ਜਿਹੜੀ ਸ਼ੇਰ ਹੈ ਉਹ ਮੌਤ ਦੀ ਗਰਜਣਾ ਹੈ ਕਿ ਮਨੁੱਖ ਨੂੰ ਹਰ ਵੇਲੇ ਜਗਾਉਂਦੀ ਰਹਿੰਦੀ ਹੈ, ਪਰ ਮਨੁੱਖ ਸਮਝਦਾ ਹੈ ਮਤਲਬ ਕਿ ਜਦੋਂ ਵੀ ਜਗਾਉਂਦੀ ਹੈ ਉਹਦੇ ਤੋਂ ਦੂਰ ਭੱਜਦਾ ਹੈ। ਕਈ ਤਾਂ ਇੱਥੋਂ ਤੱਕ ਭੱਜਣ ਲੱਗ ਪੈਂਦੇ ਨੇ। ਮੈਨੂੰ ਪਿਛਲੇ ਹੀ ਦਿਨਾਂ 'ਚ ਇੱਕ ਐਸਾ ਅਨੁਭਵ ਹੋਇਆ ਕਿ ਇੱਕ ਨੇ ਦੱਸਿਆ, ਕਹਿੰਦਾ ਮੈਂ ਜ਼ਿੰਦਗੀ ਭਰ ਕਦੀ ਸ਼ਮਸ਼ਾਨ ਘਾਟ ਨਹੀਂ ਗਿਆ, ਚਾਹੇ ਮੇਰਾ ਸੰਬੰਧੀ ਵੀ ਕਿਉਂ ਨਾ ਹੋਵੇ। ਇੰਨੀ ਵੀ ਬੰਦਿਆਂ ਦੇ ਅੰਦਰ ਡਰ ਹੁੰਦਾ ਹੈ। ਉਹਦੀ ਸਾਈਕੀ ਮੈਂ ਵਾਚੀ ਬਾਅਦ ਦੇ ਵਿੱਚ ਹੈਰਾਨਗੀ ਹੋਈ। ਇਸੇ ਪ੍ਰਕਾਰ ਮੌਤ ਦੀ ਗਰਜਣਾ ਜਿਹੜੀ ਦਿਨ ਰਾਤ ਸੁਣਾਈ ਜਾਂਦੀ ਹੈ। ਆਹ ਜਿਹੜੇ ਬਜ਼ੁਰਗ ਚੱਲ ਰਹੇ ਨੇ ਇਹ ਤੁਹਾਡੇ ਤਰਸ ਦੇ ਪਾਤਰ ਨਹੀਂ ਹਨ।
ਇਹ ਤੁਹਾਡੇ ਲਈ ਇਨਵੀਟੇਸ਼ਨ ਲੈ ਕੇ ਤੁਰੇ ਫਿਰ ਰਹੇ ਹਨ ਕਿ ਬਸ ਅੱਜ ਨਹੀਂ ਤਾਂ ਕੱਲ੍ਹ ਜੀਵਨ ਗਿਆ। ਜਿਵੇਂ ਮਹਾਤਮਾ ਬੁੱਧ ਦੇਖੋ ਜਾਗੇ ਸਨ, ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਰੋਗੀ ਦੇਖਿਆ, ਉਹ ਰੋਗੀ ਨੂੰ ਦੇਖ ਕੇ ਉਹਨਾਂ ਨੂੰ ਜਾਗ ਆਈ। ਫਿਰ ਉਹਨਾਂ ਨੇ ਇੱਕ ਬਿਰਧ ਦੇਖਿਆ, ਬਿਰਧ ਨੂੰ ਦੇਖ ਕੇ ਆਪਣਾ ਬਜ਼ੁਰਗਪੁਣਾ ਬਿਰਧ ਹੋਣਾ ਯਾਦ ਆਇਆ। ਫਿਰ ਇੱਕ ਮੁਰਦਾ ਦੇਖਿਆ, ਆਪਣੀ ਮੌਤ ਯਾਦ ਆਈ। ਫਿਰ ਇੱਕ ਰੱਬ ਦਾ ਪਿਆਰਾ ਦੇਖਿਆ ਕਿ ਉਹ ਰੱਬੀ ਰੰਗ ਵਿੱਚ ਰਤਿਆ, ਕਿੰਨਾ ਆਨੰਦ ਵਿੱਚ ਹੈ। ਅਲਗ ਜਾਲੀ ਸਾਹਿਬ ਕਹਿੰਦੇ ਜਿਹੜੀ ਸ਼ੇਰ ਹੈ ਉਹ ਮੌਤ ਦੀ ਗਰਜਣਾ, ਅਤੇ ਇਹਦੇ ਤੋਂ ਭੱਜਣਾ ਨਹੀਂ ਚਾਹੀਦਾ, ਇਹਦਾ ਨਿਡਰ ਹੋ ਕੇ ਨਿਰਭੈ ਹੋ ਕੇ। ਨਿਰਭੈ ਕਦੋਂ ਹੋਏਗਾ? ਜਦੋਂ ਮਨੁੱਖ ਦੇ ਕੋਲੋਂ ਗਿਆਨ ਹੋਏਗਾ। ਕਹਿੰਦੇ ਇਸ ਕਰਕੇ ਇਹਦਾ ਸਾਹਮਣਾ ਕਰਨਾ ਚਾਹੀਦਾ। ਫਿਰ ਜਿਸ ਖੂਹ ਵਿੱਚ ਡੁੱਬ ਪੈਂਦਾ ਹੈ, ਉੱਥੇ ਜਿਹੜੀ ਰੱਸੀ ਹੈ ਉਹ ਜੀਵਨ ਦੀ ਆਸ ਹੈ ਕਿ ਸ਼ਾਇਦ ਇਹਦੇ ਨਾਲ ਬਚ ਜਾਵਾਂ। ਕਹਿੰਦੇ ਪਰ ਜਿਹੜਾ ਉੱਥੇ ਆ ਕੇ ਫਿਰ ਦੂਜੇ ਰੂਪ ਦੇ ਵਿੱਚ ਅਜਗਰ ਆ ਜਾਂਦਾ ਹੈ, ਉਹ ਕਬਰ ਹੈ। ਉਹ ਕਹਿੰਦੀ ਕਿੰਨਾ ਕੁ ਚਿਰ ਇੱਥੇ ਲਟਕਿਆ ਰਹੇਗਾ। ਆਖਰ ਜਦੋਂ ਪ੍ਰਾਣ ਮੁੱਕੇ ਖੂਹ ਦੇ ਵਿੱਚ ਵੀ ਤਾਂ ਡਿੱਗ ਪਏਗਾ, ਕੱਢ ਕੇ ਅਗਲੇ ਫਿਰ ਦਬਾ ਦੇਣਗੇ। ਇਸ ਕਰਕੇ ਉਹ ਅਜਗਰ ਕਬਰ ਵਾਂਗ ਹੈ। ਕਹਿੰਦੇ ਜਿਹੜਾ ਉਹ ਦੋ ਚੂਹੇ ਨੇ, ਕਾਲਾ ਅਤੇ ਚਿੱਟਾ, ਉਹ ਦਿਨ ਰਾਤ ਨੇ, ਉਹ ਤੇਰੀ ਜ਼ਿੰਦਗੀ ਨੂੰ ਸਮਝਾ ਰਹੇ ਨੇ ਕਿ ਜਿਸ ਰੱਸੀ ਦੇ ਸਹਾਰੇ ਤੂੰ ਲਟਕਿਆ ਹੋਇਆ ਹੈ, ਦਿਨ ਰਾਤ ਦਾ ਬੀਤਣ ਵਾਲਾ ਖੇਲ ਇਸ ਰੱਸੀ ਨੂੰ ਹੌਲੀ ਹੌਲੀ ਕੱਟ ਰਿਹਾ, ਤਾਂ ਇੱਕ ਦਿਨ ਤੂੰ ਜ਼ਰੂਰ ਡਿੱਗੇਗਾ। ਅਤੇ ਕਹਿੰਦੇ ਉਸ ਤੋਂ ਅਗਲਾ ਅਰਥ ਜਿਹੜਾ ਸ਼ਾਇਦ ਇੰਨੇ ਖਤਰੇ ਹੋਣ ਦੇ ਬਾਵਜੂਦ ਵੀ ਬੰਦੇ ਨੂੰ ਥੋੜ੍ਹਾ ਜਿਹਾ ਕੋਈ ਰਸ ਮਿਲ ਜਾਂਦਾ ਹੈ, ਉਹਦੇ ਫਿਰ ਰਸ ਵਿੱਚ ਮਸਤ ਹੋ ਜਾਂਦਾ, ਅਤੇ ਜਿਹੜੇ ਕਾਲ ਦੇ ਖਤਰੇ ਬਣੇ ਹੋਏ ਹਨ ਉਹਨਾਂ ਤੋਂ ਫਿਰ ਅਚੇਤ ਹੋ ਜਾਂਦਾ। ਤਾਂ ਭਗਤ ਕਬੀਰ ਅਲਗ ਜਾਲੀ ਸਾਹਿਬ ਕਹਿੰਦੇ ਇਸ ਤਰ੍ਹਾਂ ਦੀ ਬੰਦੇ ਦੇ ਜੀਵਨ ਦੀ ਹਾਲਤ ਹੈ। ਅੰਤਮ ਸਮੇਂ ਵੀ ਕੋਈ ਰਸ ਮਿਲ ਜਾਏ ਇਹੀ ਬਹੁਤ ਹੈ, ਅਤੇ ਇਹਦੇ ਨਾਲ ਹੀ ਆਪਣੇ ਆਪ ਨੂੰ ਮਸਤ ਰੱਖਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਕਾ ਵਾਸਾ ਗੋਰ ਮਹੇ, ਜਿਹਦਾ ਵਾਸਾ ਗੋਰ ਕਬਰ ਦੇ ਵਿੱਚ ਹੈ, ਉਹਨੂੰ ਤਾਂ ਆਰਾਮ ਨਾਲ ਸੌਣਾ ਹੀ ਨਹੀਂ ਚਾਹੀਦਾ। ਜਿਵੇਂ ਇਸਲਾਮੀ ਖਿਆਲ ਕੀ, ਇਹਦੇ ਨਾਲ ਇਸਲਾਮੀ ਖਿਆਲ ਜੁੜਦਾ ਹੈ। ਉਹ ਇਸ ਤਰ੍ਹਾਂ ਕਿ ਜਿਹੜੇ ਇਸਲਾਮ ਵਾਲੇ ਲੋਕ ਹਨ ਉਹ ਮੰਨਦੇ ਹਨ ਕਿ ਜਦੋਂ ਮਨੁੱਖ ਮਰ ਜਾਂਦਾ ਹੈ ਉਹ ਕਬਰ ਵਿੱਚ ਪੈ ਜਾਂਦਾ ਹੈ, ਅਤੇ ਇੱਕ ਦਿਨ ਆਖਰਤ ਦਾ, ਕਿਆਮਤ ਦਾ ਦਿਨ ਆਉਣਾ ਹੈ, ਜਿੱਦਣ ਉਹਨਾਂ ਦੇ ਮਹਾਨ ਪੈਗੰਬਰ ਨੇ ਉਹਨਾਂ ਨੂੰ ਉਠਾਉਣਾ ਹੈ, ਅਤੇ ਹਰੇਕ ਦੇ ਕਰਮਾਂ ਨੂੰ ਵਾਚ ਕੇ ਕਿਸੇ ਨੂੰ ਬਹਿਸ਼ਤ, ਕਿਸੇ ਨੂੰ ਜਿਹੜਾ ਨਰਕ ਪ੍ਰਾਪਤ ਹੋਣੇ ਹਨ। ਅਤੇ ਇਸ ਕਰਕੇ ਕਹਿੰਦੇ ਉਹ ਸੁਖੀ ਕਿਉਂ ਪਾਵੇ, ਕਿਉਂਕਿ ਉਹਨੂੰ ਕਬਰ ਵਿੱਚ ਪੈ ਕੇ ਵੀ ਚਿੰਤਾ ਹੈ ਕਿ ਚਲੋ ਦੁਨੀਆ ਦੇ ਵਿੱਚ ਔਗਣਾ ਦਾ ਨਹੀਂ ਪਤਾ ਲੱਗਿਆ, ਅਤੇ ਜਦੋਂ ਕਿਆਮਤ ਦੇ ਦਿਨ, ਆਖਰਤ ਦੇ ਦਿਨ ਨਿਰਣਾ ਹੋਏਗਾ, ਉਦੋਂ ਤਾਂ ਪਤਾ ਲੱਗ ਜਾਣਾ। ਕਹਿੰਦੇ ਇਸ ਕਰਕੇ ਅਵਗੁਣਾ ਨੂੰ ਲੈ ਕੇ ਕਬਰ ਵਿੱਚ ਪਿਆ, ਇਸ ਕਰਕੇ ਸੁਖੀ ਕਿਵੇਂ ਸੌਂ ਸਕਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋ ਕਿਉਂ ਸੋਵੈ ਸੁਖ, ਇਹਦਾ ਭਾਵ ਇਹ ਹੈ ਕਿ ਜੀਵਨ ਕਾਲ ਦੀ ਮਾਰ ਹੇਠ ਵਿਚਰਿਆ ਹੈ। ਪਤਾ ਨਹੀਂ ਕਦੋਂ ਮਨੁੱਖ ਕਾਲ ਦੀ ਮਾਰ ਦੇ ਅਧੀਨ ਆ ਕੇ ਅਤੇ ਉਹਦੇ ਜੀਵਨ ਦਾ ਸਾਰਾ ਖੇਡ ਸਮਾਪਤ ਹੋ ਜਾਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੰਨੇ ਵੀ ਸੁਖੀ ਨਹੀਂ ਤੁਰੇ ਫਿਰੇ ਰਹਿਣਾ ਚਾਹੀਦਾ ਕਿ ਜੀਵਨ ਦਾ ਕੋਈ ਅਰਥ ਹੀ ਨਾ ਪਤਾ ਹੋਵੇ। ਇਸੇ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਦੇ ਵਾਕ ਬਾਣੀ ਚਾਹੁੰਦੇ ਹਨ, ਫਰੀਦਾ ਗੋਰ ਨਿਮਾਣੀ ਛੱਡ ਕਰੇ ਨਿਘਰਿਆ ਘਰ ਆਓ। ਕਹਿੰਦੇ ਉਹ ਰੋਜ਼ ਆਵਾਜ਼ ਦੇ ਰਹੀ ਹੈ ਵੀ ਅਸਲ ਘਰ ਇਹ ਨਹੀਂ, ਅਸਲ ਇਹ ਹੈ। ਜੇ ਅਸਲ ਇਹ ਹੋਵੇ ਤਾਂ ਮ੍ਰਿਤੂ ਤੋਂ ਬਾਅਦ ਤੈਨੂੰ ਸਾਂਭਣ, ਪਰ ਮ੍ਰਿਤੂ ਤੋਂ ਬਾਅਦ ਜੁਦਾ ਕਰ ਦਿੰਦੇ ਨੇ। ਇਸ ਕਰਕੇ ਕਹਿੰਦੇ ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆ ਹੋ, ਕਿ ਅਸਲ ਮੁਕਾਮ ਤਾਂ ਮੈਂ ਤੇਰਾ ਤੇ ਆ, ਘੱਟੋ ਘੱਟ ਜਿਹੜੀ ਤੇਰੀ ਦੇਹ ਦੀ ਕ੍ਰੀਮੇਸ਼ਨ ਹੋਣੀ ਹੈ ਉਹ ਤਾਂ ਮੈਂ ਹੀ ਕਰਨੀ। ਇਸ ਕਰਕੇ ਮੇਰੇ ਨਾਲ ਵੀ ਥੋੜ੍ਹਾ ਬਹੁਤਾ ਨਾਤਾ ਬਣਾਉਣਾ ਸ਼ੁਰੂ ਕਰ ਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਕਾ ਬਾਸਾ ਗੋਰ ਮਹਿ ਸੋ ਕਿਉਂ ਸੋਵੈ ਸੁੱਖ। ਹੁਣ ਗੋਰ ਜਦੋਂ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਵਰਤਿਆ ਤਾਂ ਉਹਦੇ ਬੜੇ ਡੂੰਘੇ ਭਾਵ ਨੇ। ਹੁਣ ਗੌਰ ਦਾ ਮਤਲਬ ਕੀ ਹੈ ਕਿ ਜਦੋਂ ਬੰਦਾ ਦਬਾਇਆ ਜਾਂਦਾ ਹੈ ਉਦੋਂ ਸਾਬਤ ਹੁੰਦਾ ਹੈ, ਉਹ ਥੋੜ੍ਹੇ ਸਾਲਾਂ ਬਾਅਦ ਉਹਦੀ ਜਿਹੜੀ ਦੇਹ ਹੈ ਜੀਰਨ ਹੋ ਜਾਂਦੀ ਹੈ। ਇਸੇ ਪ੍ਰਕਾਰ ਕਹਿੰਦੇ ਤੇਰੇ ਜੀਵਨ ਨੂੰ ਇੱਕ ਦੁਨਿਆਵੀ ਜਗਤ ਦੀ ਕਬਰ ਵਿੱਚ ਰੱਖਿਆ ਗਿਆ ਹੈ, ਅਤੇ ਇੱਥੇ ਵਕਾਰਾਂ ਦੇ ਕੀੜਿਆਂ ਨੇ ਜਾਂ ਹੋਰ ਜਿਹੜਾ ਸਾਰਾ ਕੁਝ ਹੈ ਉਹਨੇ ਤੇਰੇ ਬਲ ਨੂੰ ਖਾ ਜਾਣਾ। ਇਸ ਕਰਕੇ ਇਹਨੂੰ ਗਿਆਨ ਦੇ ਸਹਿਤ ਬਚਾ ਕੇ ਅਤੇ ਆਪਣੇ ਪਰਮ ਮਨੋਰਥ ਦੀ ਪ੍ਰਾਪਤੀ ਵਾਲੇ ਪਾਸੇ ਲਗਾ। ਜੇ ਲਗਾਵੇਂਗਾ ਤਾਂ ਤੇਰੇ ਜੀਵਨ ਦਾ ਕੋਈ ਅਰਥ ਸਾਬਤ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਅਸੀਂ ਜਿਹੜੇ ਵਾਕ ਪੜ੍ਹਦੇ ਹਾਂ ਉਹ ਬੜੇ ਡੂੰਘੇ ਭਾਵ ਵਾਲੇ ਹਨ। ਉਹਦਾ ਭਾਵ ਹੀ ਇਹ ਹੈ ਕਿ ਮਨੁੱਖ ਜਾਗੇ। ਹੁਣ ਦੇਖੋ ਜਦੋਂ ਬੰਦਾ ਇਸ ਉਪਦੇਸ਼ ਨਾਲ ਜੁੜ ਜਾਂਦਾ ਹੈ, ਉਹ ਗਿਆਨ ਨੂੰ ਹੰਡਾਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਫਿਰ ਉਹ ਜਿਹੜੀਆਂ ਜੀਵਨ ਦੀਆਂ ਅਸਲੀਅਤਾਂ ਵਾਪਰਦੀਆਂ ਨੇ ਉਹਨਾਂ ਤੋਂ ਭੱਜਦਾ ਨਹੀਂ, ਉਹਨਾਂ ਦੇ ਵਿੱਚੋਂ ਵੀ ਗਿਆਨ ਲੈਂਦਾ। ਜਿਵੇਂ ਕਿਸੇ ਦਾ ਜਲਣਾ ਦੇਖਣਾ ਹੈ, ਉਹਦੇ ਵਿੱਚ ਗੁਰਬਾਣੀ ਵਿੱਚ ਵਾਕ ਆਉਂਦਾ ਸਤਿਗੁਰੂ ਸਾਹਿਬ ਜੀ ਦਾ ਕਿ ਸੋ ਮੁਖ ਜਲੈ ਸੋ ਤਨ ਜਲੈ ਕਾਠ ਕੈ ਸੰਗਾ, ਜੇ ਸਿਰ ਰਚ ਰਚ ਬਾਦਤ ਪਾਗ ਸੋ ਸਿਰ ਚੁੰਚ ਸਵਾਰੇ ਕਾ। ਕਿ ਜਿਹਦੀ ਮੈਂ ਇੰਨੀ ਸੰਭਾਲ ਕਰ ਰਿਹਾ ਹਾਂ, ਅਸਲ 'ਚ ਇਹ ਸੰਭਾਲ ਕਰਨੀ ਵਿਅਰਥ ਹੈ। ਜਿਹੜਾ ਇਹਦੇ ਅੰਦਰ ਪਰਮ ਜੋਤ ਵਾਸ ਕਰੀ ਉਹਦੀ ਸੰਭਾਲ ਚੰਗੀ ਹੈ, ਕਿਉਂਕਿ ਜਦੋਂ ਉਹ ਵਿਸਰ ਗਈ ਅਤੇ ਆਹ ਭਾਵੇਂ ਕਿੰਨਾ ਵੀ ਚੰਗਾ ਹੋਵੇ, ਜਿਵੇਂ ਜਵਾਨ ਬੰਦੇ ਸੰਸਾਰ ਤੋਂ ਰੁਖਸਤ ਹੋ ਜਾਂਦੇ ਨੇ
ਤੇ ਇਹ ਥੋੜ੍ਹਾ ਕਿ ਉਹਨਾਂ ਦੀ ਦੇਹ ਦਾ ਕੋਈ ਬੜਾ ਵੱਡਾ ਮੁੱਲ ਪੈ ਜਾਂਦਾ ਹੈ। ਉਹ ਵੀ ਤਾਂ ਜਲਾਉਣ, ਵਹਾਉਣ, ਦਬਾਉਣ ਦੇ ਯੋਗ ਹੀ ਸਮਝੀ ਜਾਂਦੀ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਕਾ ਬਾਸਾ ਗੌਰ ਮਹੇ। ਇਸ ਕਰਕੇ ਜਿਹੜਾ ਅਧਿਆਤਮ ਹੈ ਉਹ ਇੰਨਾ ਸਰਲ ਜਿਹਾ ਨਹੀਂ ਹੈਗਾ ਕਿ ਬਸ ਜੀ ਕਥਾ ਸੁਣ ਲਈ ਤਾਂ ਜੀ ਸਾਡਾ ਚੜ੍ਹਦੀ ਕਲਾ ਹੋ ਗਈ। ਇਹਦੇ ਨਾਲ ਇੰਨੀ ਕਿ ਨਹੀਂ, ਆਪਣੇ ਆਪ ਨੂੰ ਮੌਤ ਦੇ ਕੇਂਦਰ 'ਤੇ ਟਿਕਾ ਕੇ ਤੇ ਉਹ ਸਾਰੀ ਸੀਰੀਅਸਨੈਸ ਨੂੰ ਆਪਣੇ ਕਰਮ ਦੇ ਕਰਕੇ ਹੰਡਾਉਣਾ। ਇਸ ਕਰਕੇ ਦੋ ਗੱਲਾਂ ਨੇ। ਹੁਣ ਅਸਲ 'ਚ ਕੀ ਹੈ ਕਿ ਮੈਂ ਕਿਸੇ ਦਿਨ ਨਾ ਕੋਈ ਪੁਸਤਕ ਪੜ੍ਹ ਰਿਹਾ, ਉਸਦੇ ਵਿੱਚ ਖਿਆਲ ਆਇਆ, ਕਹਿੰਦੇ ਜਨਮ ਅਤੇ ਮਰਨ ਕਿੰਨਾ ਔਖਾ ਹੈ। ਕਹਿੰਦੇ ਕਿ ਜਿਵੇਂ ਉਹ ਕਈ ਵਾਰ ਜਦੋਂ ਸੁਨਿਆਰਾ ਧਾਰ ਬਣਾਉਂਦਾ ਹੈ ਨਾ ਸੋਨੇ ਦੀ, ਉਹਦੇ ਇੱਕ ਜੰਦਰੀ ਹੁੰਦੀ ਹੈ। ਜੰਦਰੀ ਉਹਦੇ ਉਸ ਸਾਜ਼ ਦਾ ਨਾਂ ਹੁੰਦਾ ਹੈ, ਸਮਾਨ ਦਾ। ਉਹ ਬਹੁਤ ਵੱਡੀ ਸੋਨੇ ਦੀ ਵੱਟੀ ਹੁੰਦੀ ਹੈ। ਉਹ ਉੱਧਰਲੇ ਪਾਸੇ ਪਾਉਂਦਾ, ਪਰ ਉਹਦੀ ਬਣਤਰ ਇਵੇਂ ਦੀ ਜਦੋਂ ਅਗਲੀ ਤਰਫ ਖਿੱਚਦਾ ਹੈ ਤੇ ਵਾਲ ਵਰਗੀ ਬਰੀਕ ਤਾਰ ਬਣ ਜਾਂਦੀ ਹੈ। ਕਹਿੰਦੇ ਜਦੋਂ ਤੇਰਾ ਜਨਮ ਹੋਇਆ ਤੇ ਜਨਮ ਹੋਣ ਲੱਗਿਆ ਤੇਰੀ ਦੇਹ ਦਾ ਆਕਾਰ ਐਡਾ ਵੱਡਾ ਸੀ, ਪਰ ਉਹਨੂੰ ਮਾਲਕ ਨੇ ਐਡਾ ਵੱਡਾ ਦੁੱਖ ਬਣਾ ਕੇ ਮਾਤਾ ਦੇ ਰੂਪ ਵਿੱਚ ਆਰਾਮ ਦੇ ਨਾਲ ਸੰਸਾਰ ਦੇ, ਇਸ ਕਰਕੇ ਤੇਰਾ ਜਨਮ ਵੀ ਦੁੱਖ ਸੀ। ਹੁਣ ਜਦੋਂ ਮੌਤ ਹੈ ਤੇ ਮੌਤ ਦੇ ਵਿੱਚ ਜਿਹੜਾ ਮਰਨ ਵਾਲਾ ਦੁੱਖ ਹੈ ਉਹ ਵੀ ਬਿੱਛੂ ਦੇ ਲੜਨ ਵਾਂਗ ਹੈ। ਤਾਂ ਇਸੇ ਪ੍ਰਕਾਰ ਕਹਿੰਦੇ ਇਹਨਾਂ ਦੁੱਖ ਦੇ ਵਿੱਚ ਹੀ ਤੇਰਾ ਜੀਵਨ ਬਣਿਆ ਹੈ। ਜੇ ਜਾਗੇਗਾ ਨਹੀਂ ਤੇ ਦੁੱਖ ਦੀ ਗਫਲਤ। ਹੁਣ ਜਿਵੇਂ ਕਈ ਵਾਰੀ ਬੰਦਿਆਂ ਨੂੰ ਦੁੱਖ ਮਿਲੇ ਤੇ ਉਹ ਸੁਚੇਤ ਹੋ ਜਾਂਦੇ ਨੇ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੈਨੂੰ ਜਨਮ ਦਾ ਵੀ ਦੁੱਖ ਮਿਲਿਆ ਤੇ ਮੌਤ ਦਾ ਵੀ ਦੁੱਖ ਮਿਲਣਾ ਹੈ, ਪਰ ਕਿਆ ਤੇਰੀ ਕਮਾਲ ਹੈ ਕਿ ਤੂੰ ਇਹਨਾਂ ਦੋਵਾਂ ਦੁੱਖਾਂ ਤੋਂ ਵੀ ਨਾ ਘਬਰਾ ਰਿਹਾ ਨਾ ਜਾਗ ਰਿਹਾ ਹੈ। ਇਸ ਕਰਕੇ ਸੋ ਕਿਉਂ ਸੋਵੈ ਸੁੱਖ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਚੇਤਨ ਕਰਦੇ ਹਨ ਕਿ ਜੀਵਨ ਦੇ ਵਿੱਚ ਜਿਹੜਾ ਸੌਣਾ, ਸਰੀਰਕ ਸੌਣਾ ਤਾਂ ਠੀਕ ਹੈ, ਉਹਦਾ ਕੋਈ ਇੱਥੇ ਜ਼ਿਕਰ ਨਹੀਂ। ਜਿਹੜੀ ਮਾਇਆ ਦੀ ਗਫਲਤ ਕਰਕੇ ਨਾ ਗੁਰੂ ਦੀ ਕਾਰ ਨੂੰ ਕਮਾਉਣਾ, ਨਾ ਕੋਈ ਸ਼ੁਭ ਗੁਣ ਪੱਲੇ ਬੰਨਣੇ, ਨਾ ਕੋਈ ਜੀਵਨ ਦਾ ਵੱਡਾ ਆਦਰਸ਼ ਰੱਖਣਾ, ਕੁਝ ਵੀ ਨਹੀਂ ਰੱਖਣਾ। ਜਿਵੇਂ ਹੁਣ ਕਈ, ਜੇ ਮੰਨ ਲਓ ਬੰਦਾ ਕਵੇ ਕਿ ਗੁਣ ਦੀ ਗੱਲ ਹੈ ਨਾ, ਤਾਂ ਜਿਵੇਂ ਹੁਣ ਕਈ ਜਿੰਨੇ ਅਸੀਂ ਜੁੜਦੇ ਹਾਂ, ਸਾਡੇ ਵਿੱਚੋਂ ਕਿਹੜਾ ਐਸਾ ਜਿੰਨੇ ਕੋਈ ਕਲਾ ਪੈਦਾ ਕੀਤੀ ਹੈ ਸਮਾਜ ਵਿੱਚ ਤੇ ਉਹਦੀ ਕਲਾ ਨੂੰ ਦੇਖ ਕੇ ਸਮਾਜ ਦਾ ਭਲਾ ਹੋ ਰਿਹਾ। ਚਾਹੇ ਚਿੱਤਰਕਾਰੀ, ਸੰਗੀਤ, ਕੁਝ ਵੀ ਹੋਵੇ, ਵਿੱਦਿਆ ਹੋਵੇ, ਕਿਸੇ ਨੇ ਵੀ ਨਹੀਂ ਕੀਤੀ ਕਿ ਸਾਡੇ ਨਾਲ ਬੜਿਆਂ ਦਾ ਭਲਾ ਹੋ ਰਿਹਾ ਹੋਵੇ। ਉਸ ਤੋਂ ਇਲਾਵਾ ਜਿਹੜਾ ਭਗਤੀ ਕਰਮ ਹੈ ਉਹ ਵੀ ਸਾਡਾ ਇੰਨਾ ਨਹੀਂ ਹੈ ਕਿ ਕਿਸੇ ਨੂੰ ਦੇਖ ਕੇ ਸਾਡੇ ਵੱਲ ਭਗਤੀ ਦਾ ਹੀ ਚੇਤਾ ਆ ਜਾਏ। ਇਹਦਾ ਮਤਲਬ ਫਿਰ ਸਾਡੇ ਜੀਵਨ ਦਾ ਅਰਥ ਤਾਂ ਬੜਾ ਛੋਟਾ ਚੱਲ ਰਿਹਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਇਹੋ ਜਿਹੇ ਮਨੋਰਥ ਦੀ ਤੇਰੇ ਕੋਲੋਂ ਸਾਧਨਾ ਨਹੀਂ ਹੈ, ਔਰ ਦੂਜੀ ਗੱਲ ਤੂੰ ਪਿਆ ਕਬਰ ਵਿੱਚ ਹੈ। ਕਬਰ ਦਾ ਮਤਲਬ ਕਿ ਰੋਜ਼ ਤੈਨੂੰ ਆਪਣੀ ਤਰਫ ਖਿੱਚ ਰਹੀ ਹੈ, ਤੂੰ ਭਾਵੇਂ ਨਾ ਜਾਣਾ ਚਾਹੇ। ਇਸ ਕਰਕੇ ਤੈਨੂੰ ਸੁਖੀ ਨਹੀਂ ਹੋਣਾ ਚਾਹੀਦਾ। ਤੈਨੂੰ ਆਪਣੇ ਜੀਵਨ ਦਾ ਆਤਮ ਚਿੰਤਨ ਪੈਦਾ ਕਰਕੇ ਤੇ ਜਿਹੜਾ ਜੀਵਨ ਦਾ ਮਨੋਰਥ ਤੇਰੇ ਤੋਂ ਵਿਸਰਿਆ ਹੋਇਆ ਹੈ ਤੇ ਕੁਝ ਚੰਗੀ ਰਾਸ ਤੇਰੇ ਕੋਲੋਂ ਪੱਲੇ ਨਹੀਂ ਬੰਨੀ ਜਾ ਰਹੀ, ਇਸ ਗੱਲ ਨੂੰ ਵਿਚਾਰ ਕੇ ਆਪਣੇ ਜੀਵਨ ਦੀ ਕੋਈ ਸਾਧਨਾ ਦਾ ਢੰਗ ਪੈਦਾ ਕਰਨਾ ਚਾਹੀਦਾ। ਕਿਉਂਕਿ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਓ। ਕਿ ਆਤਮਿਕ ਅਵਸਥਾ ਦਾ ਆਨੰਦ ਪ੍ਰਾਪਤ ਕਰਕੇ ਜੀਵਨ ਦੀ ਕਲਿਆਣ ਕਰੋ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰਦੇ ਹਨ, ਕਿਰਪਾ ਕਰਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਦੇ ਨਾਲ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਵਿਚਾਰ ਰੂਪ ਦੇ ਵਿੱਚ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ